ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚੌਪਈ। ਸ਼੍ਰੀ ਗੁਰ ਸਰਬ ਸ਼ਬਦ ਮੁਖ ਪਨਾ, ਤੂਸ਼ਨ ਕਰ ਕੁਸ਼ਟੀ ਨ ਸੁਨਾ। ਭਏ ਦੇਹ ਤਤਕਾਲ ਅਰੋਗੰ, ਬਿਨਸ ਗਏ ਮਨ ਕੇ ਸਭ ਸੋਗੰ। ਸ੍ਰੀ ਗੁਰ ਸਰਬ ਸ਼ਬਦ ਮੁਖ ਪਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ, ਆਪ ਸਾਰੀਆਂ ਸੰਗਤਾਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਪਰ ਧੰਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਹੁਤ ਵੱਡੀ ਭਾਰੀ ਕਿਰਪਾ ਬਖਸ਼ਿਸ਼ ਰਹਿਮਤ ਹੋ ਰਹੀ ਹੈ, ਜਿਸ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ, ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸੰਗਤ ਜੀ। ਜੇ ਸਤਿਗੁਰੂ ਜੀ ਦਇਆ ਕਰਨ, ਮਿਹਰ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ ਤਾਂ ਇਹ ਸਮੇਂ ਪ੍ਰਾਪਤ ਹੁੰਦੇ ਹੈ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਪ੍ਰਾਪਤ ਹੋ ਰਿਹਾ ਹੈ। ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਦੇ ਦਰ ਘਰ ਤੋਂ ਬਰੋਸਾਏ ਹੋਏ ਸਿੰਘ ਸਾਹਿਬ ਜੀ ਨੇ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਜੋ ਨਿਤ ਦੀ ਮਰਜ਼ਾਦਾ ਅਨੁਸਾਰ ਹੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਤਖ਼ਤ ਸਾਹਿਬ 'ਤੇ ਪਿਛਲੇ ਪਹਿਰ ਦੇ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਤੇ ਇਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲ ਤਾਰਨ ਗੁਰੂ ਨਾਨਕ ਆਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲ ਦੇ ਯੁੱਗ ਨੂੰ ਤੇ ਕਲਯੁੱਗ ਦੇ ਜੀਵਾਂ ਨੂੰ ਤਾਰਨ ਵਾਸਤੇ ਪਰਮੇਸ਼ਵਰ ਮਨੁੱਖ ਦੇ ਸਰੀਰ ਦੇ ਵਿੱਚ ਮਾਤ ਲੋਕ 'ਤੇ ਪ੍ਰਗਟ ਹੋਇਆ ਹੈ। ਐਸੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਕਥਾ, ਇਤਿਹਾਸ, ਵਿਚਾਰ ਸੰਗਤ ਜੀ ਚੱਲ ਰਹੀ ਹੈ। ਕੱਲ ਆਪ ਸੰਗਤਾਂ ਨੇ ਸਰਵਣ ਕੀਤਾ ਸੀਗਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਨਗਰ ਦੇ ਵਿੱਚ ਗਏ ਹੈ। ਉੱਥੋਂ ਦੇ ਲੋਕ ਬਹੁਤ ਹੰਕਾਰੀ ਹਨ, ਮੂਰਖ ਹਨ, ਜਿਸ ਦਾ ਕਾਰਨ ਕਰਕੇ ਸਤਿਗੁਰਾਂ ਨੂੰ ਕਿਸੇ ਨੇ ਵੀ ਕਿਸੇ ਵੀ ਜਗ੍ਹਾ 'ਤੇ ਨਹੀਂ ਬੈਠਣ ਦਿੱਤਾ ਆਪਣੇ ਘਰੇ, ਤਾਂ ਕਿ ਜਿੱਥੇ ਵੀ ਸਤਿਗੁਰੂ ਜੀ ਬੈਠਦੇ ਹੈ ਰਾਤ ਸੁਖ ਵਿਸਰਾਮ ਕਰਨ ਵਾਸਤੇ ਉੱਥੋਂ ਹੀ ਉਠਾ ਦਿੰਦੇ ਹਨ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇਹ ਪਿੰਡ ਵਿੱਚੋਂ ਉੱਠ ਕੇ ਇਹਨਾਂ ਲੋਕਾਂ ਦੀ ਇਹ ਮਾੜੀ ਹਰਕਤ ਨੂੰ ਦੇਖ ਕੇ ਬਾਹਰ ਜੰਗਲ ਵਿੱਚ ਚਲੇ ਗਏ। ਉੱਥੇ ਇੱਕ ਕੋਹੜੀ ਕੁਟੀਆ ਬਣਾ ਕੇ ਜੰਗਲ ਵਿੱਚ ਰਹਿੰਦਾ, ਜਿਹਦਾ ਸਰੀਰ ਸਾਰਾ ਗਲਿਆ ਹੋਇਆ, ਬਦਬੂ ਆਉਂਦੀ ਹੈ, ਦਿਨੇ ਰਾਤ ਪੀੜ ਦਾ ਮਾਰਿਆ ਹੋਇਆ ਹਾਏ ਹਾਏ ਕਰਦਾ ਰਹਿੰਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੀ ਕੁਟੀਆ ਨੂੰ ਜਾ ਕੇ ਭਾਗ ਲਾਏ ਹੈ। ਬੇਨਤੀ ਕੀਤੀ ਉਹ ਫਕੀਰ ਨੇ, ਉਹ ਕੋਹੜੀ ਨੇ, ਸੱਚੇ ਪਾਤਸ਼ਾਹ ਮਹਾਰਾਜ ਮੇਰੇ ਪਾਸ ਤੇ ਡਰਦਾ ਪੰਛੀ ਵੀ ਨਹੀਂ ਆਉਂਦਾ, ਤੁਸੀਂ ਕਿਵੇਂ ਮੇਰੇ ਪਾਸ ਆਏ ਹੋ?
ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ ਸੀ। ਪਰਉਪਕਾਰ ਦਾ, ਮਨੁੱਖਤਾ ਦਾ ਉਪਦੇਸ਼ ਪਾਠ ਪੜ੍ਹਾਇਆ ਸੀ। ਅੱਧੀ ਰਾਤ ਦਾ ਸਮਾਂ ਬਤੀਤ ਹੋ ਗਿਆ। ਉਹ ਕੋੜੀ ਜਿਹੜਾ ਹੈ ਦਰਦ ਨਾਲ ਕਰਾ ਰਿਹਾ ਹੈ, ਹਾਏ ਹਾਏ ਕਰਦਾ ਹੈ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਿਮਾਰੀ ਦੇ ਵਿੱਚ ਉਸ ਨੂੰ ਦੁਖੀ ਹੋਇਆ ਦੇਖ ਕੇ ਧਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਸੀ। ਜਿਉ ਤਬ ਤਹਿ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ। ਇਹ ਮਨੁੱਖ ਦੀ ਹਾਲਤ ਇਹ ਜੀ ਕਿਉਂ ਹੁੰਦੀ ਹੈ? ਦਿਨੇ ਰਾਤ ਹਾਏ ਹਾਏ ਤੜਫਦਾ ਰਹਿੰਦਾ ਹੈ। ਕਾਹਦੇ ਵਾਸਤੇ? ਜੈ ਤਨ ਬਾਣੀ ਬਿਸਰ ਜਾਏ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਵਰ ਦੀ ਬਾਣੀ ਜਿਹੜੀ ਹੈ ਭੁੱਲ ਜਾਂਦੀ ਹੈ, ਉਹ ਮਹਾਂ ਚੋਰ ਹਨ। ਤੇ ਚੋਰਾਂ ਨੂੰ ਜਦ ਮਾਰ ਪੈਂਦੀ ਹੈ, ਉਹਨਾਂ ਦੀ ਫਿਰ ਹਾਮੀ ਨਹੀਂ ਕੋਈ ਵੀ ਭਰਦਾ। ਕੋਈ ਨਹੀਂ ਕਹਿੰਦਾ ਬੁਰਾ ਹੋ ਰਿਹਾ ਹੈ, ਕੁੱਟ ਪੈ ਰਹੀ ਹੈ ਚੋਰ ਨੂੰ, ਸਾਰੇ ਕਹਿੰਦੇ ਚੰਗਾ ਹੋ ਰਿਹਾ ਹੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਨਾਲ ਹੀ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਚਨ ਹਨ, ਨਾਮ ਦੁਰਾਏ ਸੇ ਚੋਰ ਚੋਰ। ਜਿਹੜੇ ਬਾਣੀ ਨਹੀਂ ਪੜ੍ਹਦੇ, ਪਰਮੇਸ਼ਵਰ ਦੇ ਨਾਮ ਨੂੰ ਭੁੱਲ ਜਾਂਦੇ ਹੈ, ਉਹ ਸਾਰਿਆਂ ਤੋਂ ਵੱਡੇ ਚੋਰ ਹਨ। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸੀਗੀ। ਸ਼ਬਦ ਉਹ ਕੋੜੀ ਦੇ ਪਾਸ ਅੱਧੀ ਰਾਤ ਦੇ ਸਮੇਂ ਉਚਾਰਨ ਕੀਤਾ ਸੀਗਾ। ਇੱਥੋਂ ਸੰਗਤ ਜੀ ਇਤਿਹਾਸ ਅੱਗੇ ਆਰੰਭ ਹੋ ਰਿਹਾ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸਾਧ ਸੰਗਤ ਜੀ ਮਾਤ ਲੋਕ ਤੇ ਆ ਕੇ ਕੋਈ ਵੀ ਇਹ ਜਿਹਾ ਨਹੀਂ ਜਿਹਨੂੰ ਨਹੀਂ ਤਾਰਿਆ। ਪੱਥਰ ਵੀ ਤਰ ਗਏ ਸੱਚੇ ਪਾਤਸ਼ਾਹ ਦੇ ਚਰਨ ਛੋਹ ਹਸਤ ਕਮਲ ਲੱਗਣ ਦੇ ਨਾਲ। ਜਾਨਵਰ, ਪਸ਼ੂ, ਪੰਛੀ, ਕੌਣ ਨਹੀਂ ਤਰਿਆ ਜਿਹਨੇ ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਲਿਆ? ਸਾਰੇ ਹੀ ਤਰ ਗਏ। ਗੁਰੂ ਨਾਨਕ ਜਨ ਸੁਣਿਆ ਪੇਖਿਆ। ਜਿਸ ਨੇ ਸੁਣ ਲਿਆ ਕੰਨਾਂ ਰਾਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ, ਜਿਸ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰ ਲਈ, ਆਪਣੇ ਕੰਨਾਂ ਰਾਹੀਂ ਉਹਨਾਂ ਦਾ ਨਾਮ ਸੁਣ ਕੇ ਜਾਂ ਉਹਨਾਂ ਦੀ ਬਖਸ਼ੀ ਹੋਈ ਬਾਣੀ ਨੂੰ ਸੁਣ ਕੇ ਜਾਂ ਇਹਨਾਂ ਨੇਤਰਾਂ ਦੇ ਨਾਲ ਪੇਖ ਲਿਆ, ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਕੀਤੇ ਜਾਂ ਗੁਰਬਾਣੀ ਦੇ ਦਰਸ਼ਨ ਕੀਤੇ। ਇੱਕੋ ਹੀ ਰੂਪ ਹੈ, ਬਾਣੀ ਗੁਰੂ ਹੈ ਤੇ ਗੁਰੂ ਬਾਣੀ ਰੂਪ ਹਨ। ਸੋ ਜਿੰਨੇ ਵੀ ਦਰਸ਼ਨ ਕਰ ਲਏ ਨੇਤਰਾਂ ਦੇ ਨਾਲ, ਪ੍ਰਤੱਖ ਰੂਪ ਵਿੱਚ ਅੰਤਰੀਵ ਹਿਰਦੇ ਵਿੱਚੋਂ, ਜਾਂ ਬਾਣੀ ਸਰੂਪ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ, ਜਾਂ ਬਾਣੀ ਦੁਆਰਾ ਆਪਣੇ ਕੰਨਾਂ ਰਾਹੀਂ ਸਰਵਣ ਕਰ ਲਿਆ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਨੂੰ, ਜੰਮਣ ਮਰਨ ਤੋਂ ਰਹਿਤ ਹੋ ਗਏ। ਐਸੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਉਹ ਕੋੜੀ ਦੇ ਦੁੱਖ ਨੂੰ ਦੇਖ ਕੇ, ਹਾਏ ਹਾਏ ਨੂੰ ਕਰਦੇ ਹੋਏ ਨੂੰ ਦੇਖ ਕੇ ਅੰਮ੍ਰਿਤ ਦੀ ਵਰਖਾ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੀ ਹੈ। ਇਸ ਤੋਂ ਅੱਗੇ ਪ੍ਰਸੰਗ ਦੀ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਦਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚਉਪਈ। ਸ਼੍ਰੀ ਗੁਰ ਸਰਬ ਸ਼ਬਦ ਮੁਖ ਪਹਨਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਇਹ ਜਿਹੜਾ ਸ਼ਬਦ ਸੀਗਾ ਧਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ, ਜਿਉ ਤਬ ਤਹਿ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ। ਜੇ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਮਹਾਰਾਜ ਨੇ ਕਿਰਪਾ ਕੀਤੀ, ਸਾਰਾ ਸ਼ਬਦ ਉਚਾਰਨ ਕੀਤਾ। ਤੋਸ਼ਾਨ ਕਰ ਕੁਸ਼ਟੇ ਨਾ ਸੁਨਾ। ਇਹ ਉਹ ਜਿਹੜਾ ਕੋੜੀ ਸੀ ਨਾ, ਬਹੁਤ ਇਕਾਗਰ ਚਿੱਤ ਹੋ ਕੇ ਉਸ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਅੰਮ੍ਰਿਤ ਸ਼ਬਦ ਨੂੰ, ਅੰਮ੍ਰਿਤ ਬਾਣੀ ਨੂੰ ਸਰਵਣ ਕੀਤਾ।
ਭਏ ਦੇਹ ਤਤਕਾਲ ਆਰੋਗੰ। ਐਸੀ ਕਿਰਪਾ ਕੀਤੀ ਮਹਾਰਾਜ ਨੇ, ਜਦ ਇਹ ਸ਼ਬਦ ਸੰਪੂਰਨ ਹੋਇਆ ਨਾਲ ਦੀ ਨਾਲ ਹੀ ਕੋੜੀ ਦਾ ਕੋੜ ਜਿਹੜਾ ਉਹ ਦੂਰ ਹੋ ਗਿਆ, ਕੰਚਨ ਵਰਗੀ ਦੇਹੀ ਹੋ ਗਈ। ਬਿਨਸ ਗਏ ਮਨ ਕੇ ਸਭ ਸੋਗੰ। ਤੇ ਉਹ ਮਨ ਦੇ ਵਿੱਚ ਜਿਹੜੀ ਚਿੰਤਾ ਲੱਗੀ ਹੋਈ ਸੀ, ਅਸਾਧ ਰੋਗ ਲੱਗਾ ਹੋਣ ਕਰਕੇ ਉਹ ਸਾਰੀ ਚਿੰਤਾ ਦੂਰ ਹੋ ਗਈ। ਨਿਰਮਲ ਭਏ ਮਨਿਖਾ ਤਬ ਤੇ ਹੈ। ਬੁੱਧੀ ਜਿਹੜੀ ਹੈ, ਕਿਉਂਕਿ ਸਾਧ ਸੰਗਤ ਜੀ ਜੋ ਮਨੁੱਖ ਬਹੁਤਾ ਸੋਚਦਾ ਰਹਿੰਦਾ ਦਿਨੇ ਰਾਤ, ਉਹਦੀ ਬੁੱਧੀ ਤੇ ਵੀ ਅਸਰ ਹੋ ਜਾਂਦਾ ਹੈ। ਇੱਕ ਇਕੱਲੇ ਰਹਿਣਾ ਜੰਗਲ ਵਿੱਚ, ਉੱਥੇ ਖਾਣ ਪੀਣ ਦਾ ਵੀ ਸਹਿੰਸਾ, ਇਸੇ ਪ੍ਰਕਾਰ ਇਕੱਲਤਾ ਦਾ ਵੀ ਦੁੱਖ ਬਹੁਤਾ ਭਾਰੀ, ਔਰ ਨਾਲ ਬਿਮਾਰੀ ਦਾ ਦਰਦ ਬਹੁਤ ਜ਼ਿਆਦਾ ਸੀਗਾ, ਤਕਲੀਫ ਬਾਹਲੀ ਜ਼ਿਆਦੀ ਸੀ। ਕਦ ਸਵਾਸ ਨਿਕਲ ਜਾਣੇ ਹੈ, ਕੋਈ ਮੂੰਹ ਵਿੱਚ ਪਾਣੀ ਪਾਉਣ ਵਾਲਾ ਵੀ ਕੋਲ ਨਹੀਂ ਹੋਣਾ ਉਸ ਵੇਲੇ। ਇਤਿਆਦਿ ਕਿੰਨੀਆਂ ਚਿੰਤਾ ਲੱਗੀਆਂ ਸੀ। ਚਿੰਤਾ ਦੇ ਨਾਲ ਬੁੱਧੀ 'ਤੇ ਅਸਰ ਹੋਇਆ ਸੀ। ਜਦ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਦੇਹੀ ਜਿਹੜੀ ਕੰਚਨ ਵਰਗੀ ਹੋ ਗਈ, ਅਰੋਗ ਹੋ ਗਈ, ਤੇ ਜੋ ਬੁੱਧੀ 'ਤੇ ਅਸਰ ਹੋਇਆ ਸੀ, ਉਹ ਬੁੱਧੀ ਵੀ ਸਵੱਛ ਹੋ ਗਈ। ਮਨ ਮਲਿਨਤਾ ਨਾਸੇ ਸਭ ਹੈ। ਕਿਉਂ ਮਨ ਜਿਹੜਾ ਮਲੀਨ ਹੋਇਆ ਪਿਆ ਸੀਗਾ, ਮੇਰਾ ਦੁਨੀਆ ਤੇ ਕੌਣ ਹੈ, ਦਿਨੇ ਰਾਤ ਤੜਫਦਾ ਰਹਿੰਦਾ ਹਾਂ, ਜਿਨ੍ਹਾਂ ਘਰਦਿਆਂ ਵਾਸਤੇ ਮੈਂ ਇੰਨਾ ਕੀਤਾ, ਘਰੋਂ ਮੈਨੂੰ ਕੱਢ ਦਿੱਤਾ ਹੈ, ਕੋਈ ਪਾਣੀ ਵੀ ਨਹੀਂ ਪਿਲਾਉਣ ਵਾਲਾ ਆਦਿਕ। ਇਹ ਮਨ ਦੇ ਵਿੱਚ ਜੋ ਸੰਕਲਪ ਵਿਕਲਪ ਫੁਰਨੇ ਉੱਠਦੇ, ਸਾਰੇ ਦੂਰ ਹੋ ਗਏ। ਭਏ ਭੋਰ ਪਾਹੁਲ ਪਾਗ ਲੈਨੇ। ਜਿਸ ਵੇਲੇ ਦਿਨ ਚੜ੍ਹਿਆ, ਉਹ ਕੋੜੀ ਦੇ ਕਰਮ ਜਾਗੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਜ਼ ਕਰਕੇ, ਬੇਨਤੀ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਪੌੜ ਲੈ ਕੇ ਛਕ ਲਈ। ਹਿਰਦੇ ਜਾਗੇ ਭਗਤ ਨਵੇਂ ਨੇ। ਜਿਸ ਵੇਲੇ ਸਾਧ ਸੰਗਤ ਜੀ ਸਰੀਰ ਦਾ ਕੋੜ ਤਾਂ ਦੂਰ ਹੋ ਗਿਆ, ਬਾਣੀ ਦੇ ਨਾਲ ਅੰਮ੍ਰਿਤ ਸਤਿਗੁਰਾਂ ਦੀ ਚਰਨ ਪੌੜ ਲੈਣ ਦੇ ਨਾਲ ਹਿਰਦਾ ਜਿਹੜਾ ਹੈ ਉਹ ਵੀ ਅਮਰ ਹੋ ਗਿਆ, ਬਾਗੋ ਬਾਗ ਹੋ ਗਿਆ, ਪ੍ਰਸੰਨ ਹੋ ਗਿਆ। ਭਗਤੀ ਪ੍ਰੇਮਾ ਭਗਤੀ ਸਤਿਗੁਰਾਂ ਪ੍ਰਤੀ ਸਰਧਾ ਜਿਹੜੀ ਹੈ ਉਹ ਹਿਰਦੇ ਵਿੱਚੋਂ ਫੁੱਟ ਫੁੱਟ ਪੈਣ ਲੱਗੇ। ਪ੍ਰਗਟੇ ਨਗਰ ਬਿਖਾ ਸੁਧ ਸੋ। ਇਹ ਜਿਸ ਵੇਲੇ ਕੌਤਕ ਹੋਇਆ, ਉਸੇ ਵੇਲੇ ਉਹ ਨਗਰ ਦੇ ਵਿੱਚ, ਪਿੰਡ ਦੇ ਵਿੱਚ ਇਹ ਖਬਰ ਫੈਲ ਗਈ ਕੋੜੀ ਦਾ ਕੋੜ ਦੂਰ ਹੋਣ ਦੀ। ਪੇਖਾਨ ਦਾਰਸ ਆਏ ਸਭ ਕੋ। ਤੇ ਉਸੇ ਵੇਲੇ ਉਹ ਜੋ ਲੋਕ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਆਪਣੇ ਘਰ ਤੇ ਕੀ ਘਰ ਦੇ ਪਾਸ ਵੀ ਨਹੀਂ ਸੀ ਬੈਠਣ ਦਿੰਦੇ, ਤੇ ਇਸ ਤਰ੍ਹਾਂ ਨਗਰ ਦੇ ਵਿੱਚੋਂ ਸਤਿਗੁਰਾਂ ਨੂੰ ਬਾਹਰ ਕੱਢ ਦਿੱਤਾ ਸੀਗਾ। ਉਹ ਅੱਜ ਆਪਣੇ ਮਤਲਬ ਵਾਸਤੇ ਖਬਰ ਸੁਣ ਕੇ ਕਿ ਗੁਰਾਂ ਦੀ ਕਿਰਪਾ ਹੋ ਗਈ ਹੈ, ਕੋੜੀ ਦਾ ਕੋੜ ਦੂਰ ਹੋ ਗਿਆ, ਤੰਦਰੁਸਤ ਹੋ ਗਿਆ, ਇਹ ਦਰਸ਼ਨ ਕਰਨ ਵਾਸਤੇ ਨੱਠੇ। ਆਨ ਉਪਾਇਨ ਧਰੈ ਅਗਾਰੇ। ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਭੇਟਾ ਰੱਖਣ ਲੱਗੇ। ਸੰਤਾ ਹੋ ਬਖਸ਼ਾਹੋ ਭੂਲ ਹਮਾਰੇ। ਬੇਨਤੀਆਂ ਕਰਦੇ ਹੈ, ਮਹਾਰਾਜ ਸਾਡੇ ਪਾਸੋਂ ਬੜੀ ਭਾਰੀ ਗਲਤੀ ਹੋ ਗਈ ਹੈ, ਜੋ ਅਸੀਂ ਗੁਨਾਹ ਕੀਤਾ, ਆਪ ਦਾ ਅਦਬ ਸਤਿਕਾਰ ਨਹੀਂ ਰੱਖਿਆ, ਉਹ ਮਹਾਰਾਜ ਸਾਡੀ ਗਲਤੀ ਖਿਮਾ ਕਰ ਦੇਵੋ। ਸੇਵਕ ਕਰੀਏ ਸ਼ਰਨ ਤੁਮਾਰੇ। ਇਹ ਸੱਚੇ ਪਾਤਸ਼ਾਹ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਨੂੰ ਆਪਣੇ ਸੇਵਕ ਬਣਾ ਲਓ, ਸਿੱਖ ਬਣਾ ਲਵੋ। ਦਰਸ ਅਮੋਘੰ ਪਰਉਪਕਾਰੇ। ਇਹ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਦਰਸ਼ਨ ਜਿਹੜੇ ਹਨ ਅਮੋਘ ਦਰਸ਼ਨ ਹਨ, ਜਿਨ੍ਹਾਂ ਦਾ ਫਲ ਮਹਾਤਮ ਕਿਹਾ ਹੀ ਨਹੀਂ ਜਾ ਸਕਦਾ, ਕਥਿਆ ਹੀ ਨਹੀਂ ਜਾ ਸਕਦਾ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਸੁਨ ਕਰ ਤਿਨ ਕੇ ਬਿਨਾ ਵਿਸਾਲਾ। ਇਹ ਬੇਨਤੀ ਨਗਰ ਨਿਵਾਸੀਆਂ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣੀ। ਸਭ ਕੋ ਪਾਹੁਲ ਦੇ ਤਤਕਾਲਾ। ਉਹਨਾਂ ਨਗਰ ਨਿਵਾਸੀਆਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਬੁਰੇ ਦਾ ਭਲਾ ਕਰਨਾ, ਗੁੱਸਾ ਨਾ ਮਨ ਤੇ ਲਿਆਉਣਾ, ਕਿ ਪਰਮੇਸ਼ਵਰ ਤੋਂ ਬਿਨਾਂ ਦੂਜਾ ਹੋਰ ਕੋਈ ਜੀਵ ਕਰ ਹੀ ਨਹੀਂ ਸਕਦਾ। ਅਸੀਂ ਤਾਂ ਈਰਖਾ ਦੇ ਸੜੇ ਹੋਏ ਆ। ਜਿਵੇਂ ਸਣ ਹੁੰਦੀ ਹੈ, ਆਪਣੇ ਆਪ ਨੂੰ ਦੁੱਖ ਦੇ ਕੇ ਵੀ ਕਿਸੇ ਦੇ ਗਲ ਦਾ ਫਾਹ ਜਾਂ ਪੈਰ ਦਾ ਰੱਸਾ ਬਣਦੀ ਹੈ। ਆਪਣੇ ਆਪ ਨੂੰ ਅਸੀਂ ਦੁੱਖ ਦੇ ਕੇ ਵੀ ਦੂਜੇ ਦਾ ਬੁਰਾ ਸੋਚਦੇ ਵੀ ਸਾਨੂੰ ਦੁੱਖ ਆਉਂਦਾ ਤੇ ਆਵੇ, ਪਰ ਇਹ ਸੁਖੀ ਨਾ ਬਸੇ।
ਇਹੀ ਜੀ ਧਾਰਨਾ ਸਾਡੀ ਬਣੀ ਹੋਈ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਕਿਰਪਾ ਕਰਦੇ ਹੈ, ਉਹਦੀ ਬੁੱਧੀ ਨਿਰਮਲ ਹੁੰਦੀ ਹੈ ਤੇ ਬੁਰੇ ਦਾ ਭਲਾ ਕਰਨ ਦਾ ਸੁਭਾਅ ਉਹਨਾਂ ਦਾ ਹੁੰਦਾ ਹੈਗਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਭ ਕੀ ਸਾਨੂੰ ਇਹ ਸਿਖਾਇਆ ਪੜ੍ਹਾਇਆ ਹੈ। ਗੁਰਬਾਣੀ ਦੇ ਵਿੱਚ ਭਾਵੇਂ ਬਾਬਾ ਫਰੀਦ ਸਾਹਿਬ ਰਾਹੀਂ ਸ਼ਬਦ ਉਚਾਰਿਆ ਹੈ, ਬੁਰੇ ਦਾ ਭਲਾ ਕਰ, ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਈ ਉਹਨਾਂ ਦਾ ਬਚਨ ਮਨ 'ਤੇ ਨਹੀਂ ਵਿੱਚ ਰੱਖਿਆ। ਆਣ ਕੇ ਖਿਮਾ ਨਗਰ ਵਾਲਿਆਂ ਨੇ ਮੰਗੀ, ਸਤਿਗੁਰਾਂ ਨੇ ਖਿਮਾ ਦੇ ਕੇ ਸਾਰਿਆਂ ਨੂੰ ਚਰਨ ਪੌਲ ਬਖਸ਼ਿਸ਼ ਕੀਤੇ। ਸਤਨਾਮ ਕੋ ਜਾਪ ਸੁਨਾਇਓ, ਅਤੇ ਸ੍ਰੀ ਵਾਹਿਗੁਰੂ ਦਾ ਜਿਹੜਾ ਸੱਚਾ ਨਾਮ ਹੈ, ਕਰਤੇ ਪੁਰਖ ਨਿਰੰਕਾਰ ਦਾ, ਉਹ ਵਾਹਿਗੁਰੂ ਦਾ ਮੰਤਰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਕਰਨੋ ਨਿਤ ਸਤ ਸੰਗ ਬਤਾਇਓ, ਨਾਲ ਹੁਕਮ ਕੀਤਾ, ਭਾਈ ਜੇ ਭੁੱਲੇ ਹੋਏ ਰਸਤੇ ਤੇ ਆਣ ਕੇ ਚਾੜੀ ਪਏ ਹੋ ਤੇ ਇਸ ਤਰ੍ਹਾਂ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਸਤ ਸੰਗ ਕਰਨਾ। ਬਹਰੋ ਕੀਨੋ ਗਮਨ ਅਗਾਰੇ, ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਉਹ ਨਗਰ ਨਿਵਾਸੀਆਂ ਨੂੰ ਉਤਾਰ ਕੇ ਉਹ ਕੋੜੀ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲ ਪਏ। ਤੈਨ ਚਰਨਨ ਪਰ ਕਵੇ ਬਲਹਾਰੇ, ਐਸੇ ਗੁਰੂ ਨਾਨਕ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜਿਹੜੇ ਵੀ ਗੁਰਮੁਖ ਜਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਦੇ ਹੈ, ਉਹਨਾਂ ਦੇ ਸਾਰੇ ਹੀ ਕਾਰਜ ਸਿੱਧ ਹੋ ਜਾਂਦੇ ਆ। ਜਿਹਨੂੰ ਆਪਾਂ ਯਾਦ ਕਰੀਏ ਮਨ ਤੋਂ, ਤੇ ਉਹ ਸਾਧ ਸੰਗਤ ਜੀ ਖਿੱਚ ਪੈਂਦੀ ਹੈ ਹਿਰਦੇ ਦੀ, ਤੇ ਉਹ ਕਦੀ ਆਣ ਕੇ ਪ੍ਰਗਟ ਹੁੰਦਾ ਹੈ, ਕਿਉਂਕਿ ਮਨਾਂ ਦਾ ਜਿਵੇਂ ਕਹਿੰਦੇ ਆ ਵੀ ਖਿੱਚ ਹੁੰਦੀ ਹੈ, ਚੁੰਬਕੀ ਸੁਭਾਅ ਹੈ ਹਿਰਦਿਆਂ ਦਾ। ਤੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਿਹੜਾ ਵੀ ਯਾਦ ਕਰਦਾ ਹੈ, ਉਹਨਾਂ ਦੇ ਚਰਨਾਂ ਦੀ ਪ੍ਰੀਤੀ ਦਾ ਧਿਆਨ ਧਾਰ ਕੇ ਤੇ ਸਤਿਗੁਰੂ ਜੀ ਉਹਨੂੰ ਤਾਰਨ ਵਾਸਤੇ ਜ਼ਰੂਰ ਆਉਂਦੇ ਆ। ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਉੱਪਰੋਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਗ੍ਰੰਥ ਦੇ ਕਰਤਾ ਕਹਿੰਦੇ, ਮੈਂ ਬਲਿਹਾਰੇ ਵਾਰਨੇ ਜਾਂਦਾ ਹਾਂ। ਚੇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ, ਸ਼ਾਹੋ ਕੋ ਅਰ ਕੋੜੀ ਕੋ ਫਕੀਰ ਕੋ ਪ੍ਰਸੰਗ ਵਰਣਨੰ, ਨਾਮ 25ਵਾਂ ਅਧਿਆਇ। ਇਹ ਸਾਧ ਸੰਗਤ ਜੀ ਉਤਰਾਰ ਦਾ 25ਵਾਂ ਅਧਿਆਇ ਇੱਥੇ ਸਮਾਪਤ ਹੋਇਆ। ਇਹਦੇ ਵਿੱਚ ਕਿਤੇ ਸ਼ਾਹੂਕਾਰ ਦੀ ਕਥਾ ਆਈ ਸੀ, ਜਿਹੜਾ ਆਪਣੇ ਘਰ ਵੱਲੋਂ ਬਹੁਤ ਦੁਖੀ ਸੀ, ਸ਼ਾਹਣੀ ਵੱਲੋਂ ਦੁਖੀ ਸੀਗਾ। ਸ਼ਾਹਣੀ ਨੂੰ ਵੀ ਤਾਰਿਆ ਮਹਾਰਾਜ ਨੇ, ਸ਼ਾਹੂਕਾਰ ਨੂੰ ਵੀ ਤਾਰਿਆ, ਫਿਰ ਨਗਰ ਨਿਵਾਸੀਆਂ ਨੂੰ ਤਾਰਿਆ, ਫਿਰ ਕੋੜੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਉਸ ਨੂੰ ਤਾਰਿਆ। ਇਹ 25ਵਾਂ ਅਧਿਆਇ ਇੱਥੇ ਜਿਹੜਾ ਹੈ ਉਹ ਸਮਾਪਤ ਹੋ ਰਿਹਾ ਹੈ। ਦੋਹਰਾ ਨਾਮ ਬਿਖੈ ਜਨ ਲੇਵ ਲਗੇ, ਹਉ ਮੈਂ ਸਰਬ ਨਸਾਏ। ਅੱਗੇ 26ਵਾਂ ਅਧਿਆਇ ਸਾਧ ਸੰਗਤ ਜੀ ਆਰੰਭ ਹੋਣ ਲੱਗਾ ਹੈ। ਕਾਵ ਰਚਨਾ ਦੀ ਮਰਜ਼ਾਦਾ ਅਨੁਸਾਰ ਮੰਗਲ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ੀਆਂ ਹੋਈਆਂ ਰੂਹਾਂ, ਜਿਨ੍ਹਾਂ ਨੇ ਏਡਾ ਵੱਡਾ ਭਾਰੀ ਪਰਉਪਕਾਰ ਕੀਤਾ। ਬਹੁਤ ਥੋੜ੍ਹੇ ਜੀਵਨ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਉਪਰੰਤ ਤਕਰੀਬਨ 20 ਸਾਲ ਦੀ ਮਸ਼ੱਕਤ ਤੋਂ ਬਾਅਦ ਬਾਕੀ 9 ਸਤਿਗੁਰਾਂ ਦੀ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਰਚਨਾ ਕੀਤੀ ਹੈ। ਕੋਈ ਛੋਟੀ ਜੀ ਗੱਲ ਨਹੀਂ ਹੈ। ਜਦੋਂ ਸਾਧਨ ਵੀ ਸੀਮਿਤ ਹੋਣ, ਬਹੁਤ ਨਾ ਬਰਾਬਰ ਸਾਧਨ ਹੋਣ, ਤੇ ਉਹਨਾਂ ਸਮਿਆਂ ਦੇ ਵਿੱਚ ਐਡਾ ਵੱਡਾ ਭਾਰੀ ਕਾਰਜ ਕਰਨਾ ਕੋਈ ਛੋਟੀ ਜੀ ਗੱਲ ਨਹੀਂ। ਗੁਰਾਂ ਦੀ ਬਾਹਲੀ ਵੱਡੀ ਭਾਰੀ ਦਇਆ ਹੋਵੇ ਤਾਂ ਹੀ ਇਹੋ ਜਿਹੇ ਕਾਰਜ ਹੁੰਦੇ ਆ। ਸੋ ਮਰਜ਼ਾਦਾ ਅਨੁਸਾਰ ਮੰਗਲ ਕਰਦੇ ਹਨ। ਨਾਮ ਬਿਖੈ ਜਨ ਲੇਵ ਲਗੇ, ਹਉ ਮੈਂ ਸਰਬ ਨਸਾਏ। ਉਹ ਜਿਹੜੇ ਮਹਾਂਪੁਰਸ਼ ਸਾਧੂ ਜਿਨ੍ਹਾਂ ਦੀ ਸੁਰਤੀ ਜਿਹੜੀ ਹੈ ਕੇਵਲ ਨਾਮ ਸਿਮਰਨ ਭਜਨ ਦੇ ਵਿੱਚ ਲੱਗੀ ਹੋਈ ਹੈ, ਜਿਨ੍ਹਾਂ ਨੇ ਨਾਮ ਦੇ ਨਾਲ ਜੁੜ ਕੇ ਨਾਮ ਅਭਿਆਸ ਕਰਕੇ ਹਉਮੈ ਨੂੰ ਨਿਠਾ ਦਿੱਤਾ, ਭਜਾ ਦਿੱਤਾ, ਹੰਕਾਰ ਤੋਂ ਮੁਕਤ ਹੋ ਗਏ। ਤੈਨ ਸੰਤਾਨ ਬੰਦੋ ਚਰਨ, ਉਚਰੋਂ ਕਥਾ ਬਨਾਏ। ਉਹ ਐਸੇ ਮਹਾਂਪੁਰਸ਼ ਜੋ ਹਉਮੈ ਤੋਂ ਰਹਿਤ ਹਨ, ਹੰਕਾਰ ਨਹੀਂ ਕਰਦੇ, ਕੇਵਲ ਨਾਮ ਭਜਨ ਬਾਣੀ ਸੇਵਾ ਸਿਮਰਨ ਦੇ ਵਿੱਚ ਹੀ ਲੱਗੇ ਰਹਿੰਦੇ ਹੈ। ਉਹਨਾਂ ਸਾਧੂਆਂ ਦੇ ਚਰਨਾਂ ਨੂੰ ਧਿਆ ਕੇ ਆਰਾਧ ਕੇ ਕਵੀ ਜੀ ਕਹਿੰਦੇ ਆ, ਮੈਂ ਗੁਰੂ ਸਾਹਿਬ ਜੀ ਦੀ ਅਗਲੀ ਕਥਾ ਜਿਹੜੀ ਹੈ ਉਹ ਆਰੰਭ ਕਰ ਰਿਹਾ ਹਾਂ।
बाला संदूर वाच चौपई कह बाला श्री अंगद सुनिए। ਅੱਗੇ ਕਥਾ ਬਾਬਾ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਖਡੂਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸਰਵਣ ਕਰਵਾ ਰਹੇ ਹੈ। ਜਿਸ ਤਰ੍ਹਾਂ ਸੰਗਤ ਜੀ ਆਪ ਭਾਗਾਂ ਵਾਲੇ ਹੋ ਰਹੇ ਹੋ, ਗੁਰਾਂ ਦੇ ਇਤਿਹਾਸ ਦੀ ਕਥਾ ਨਿਤਨੇਮ ਅਨੁਸਾਰ ਸਰਵਣ ਕਰਦੇ ਹੋ, ਇਸੇ ਤਰ੍ਹਾਂ ਖਡੂਰ ਸਾਹਿਬ ਦੀ ਸੰਗਤ, ਇਲਾਕੇ ਦੀ ਸੰਗਤ ਅਤੇ ਦੂਰ ਦਰਾਡੇ ਤੋਂ ਸਾਹਿਬਾਂ ਦੇ ਦਰਸ਼ਨ ਕਰਨ ਆਈ ਹੋਈ ਸੰਗਤ ਦੀਵਾਨ ਵਿੱਚ ਸੱਜਦੀ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਗਰੀਬ ਨਿਵਾਜ ਜੀ ਆਪਣੇ ਬਰਾਬਰ ਹੀ ਇੱਕ ਪਲੰਘਾ ਢਵਾ ਦਿੰਦੇ, ਚੌਂਕੀ ਵਿਛਾ ਦਿੰਦੇ, ਜੇ ਤੇ ਬਾਬਾ ਬਾਲਾ ਜੀ ਨੂੰ ਬਿਠਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਥਾ ਸਰਵਣ ਕਰਦੇ। ਕਿਉਂਕਿ ਜੀਵਨ ਭਰ ਬਾਬਾ ਬਾਲਾ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਰਹੇ। ਬਾਬਾ ਮਰਦਾਨਾ ਜੀ ਵੀ ਨਾਲ ਸੀਗੇ, ਪਰ ਯਾਤਰਾ ਦੇ ਵਿੱਚ ਹੀ ਖੁਰਮਾ ਨਗਰ ਪਾਕਿਸਤਾਨ ਵਿੱਚ ਰਹਿ ਗਿਆ ਹੈ। ਉੱਥੇ ਬਾਬੇ ਬਾਲੇ ਜੀ ਨੇ ਸਰੀਰ ਤਿਆਗ ਦਿੱਤਾ ਸੀਗਾ। ਕੇਵਲ ਬਾਬੇ ਮਰਦਾਨੇ ਜੀ ਨੇ ਸਰੀਰ ਤਿਆਗ ਦਿੱਤਾ ਸੀਗਾ ਤੇ ਬਾਬਾ ਬਾਲਾ ਜੀ ਰਹਿ ਗਏ ਹਨ। ਤੇ ਸਾਰਾ ਜੀਵਨ ਚਰਿੱਤਰ ਕੌਤਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਾਬਾ ਬਾਲਾ ਜੀ ਨੇ ਤੱਕਿਆ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੋਤ ਹੀ ਹਨ ਗੁਰੂ ਅੰਗਦ ਸਾਹਿਬ ਜੀ। ਇਸ ਵਾਸਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਬਾਬਾ ਬਾਲਾ ਜੀ ਤੋਂ ਸਰਵਣ ਕਰਦੇ ਐ। ਸੰਗਤਾਂ ਵੀ ਸੁਣਦੀਆਂ, ਸਰਵਣ ਕਰਦੀਆਂ ਐ। ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਇਹ ਸਾਰੀ ਕਥਾ ਨੂੰ ਉਸ ਜ਼ਮਾਨੇ ਦੇ ਲਿਖਣ ਦੀ ਸਮੱਗਰੀ ਦੇ ਹਿਸਾਬ ਨਾਲ ਲਿਖਤ ਕਰੀ ਜਾ ਰਹੇ ਹੈ, ਜਿਹਨੂੰ ਜਨਮ ਸਾਖੀ ਬਾਬੇ ਬਾਲੇ ਜੀ ਦੇ ਨਾਮ ਦਿੱਤਾ ਗਿਆ ਸੀਗਾ। ਅੱਗੇ ਕਵਿਤਾ ਦਾ ਸਰੂਪ ਜਿਹੜਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਦਿੱਤਾ ਹੈ। ਸੋ ਬਾਬਾ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਥਾ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਡੂਰ ਸਾਹਿਬ ਨਗਰ ਸਰਵਣ ਕਰਵਾ ਰਹੇ ਹਨ। ਰੁਚਿਰ ਕਥਾ ਗੁਣ ਗਾਨ ਯੋਤ ਗੁਨੀਏ। ਇਹ ਸੱਚੇ ਪਾਤਸ਼ਾਹ ਮਹਾਰਾਜ ਇਹ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਆਪ ਸਰਵਣ ਕਰੋ। ਇਹ ਸਾਰੇ ਗੁਣਾਂ ਦੀ ਦਾਤੀ ਹੈ। ਇਹ ਮਹਾਰਾਜ ਜਿਵੇਂ ਕਹਿੰਦੇ ਨੇ ਚਿੰਤਾਮਣੀ ਹੁੰਦੀ ਹੈ, ਜਿਹਦੇ ਪਾਸ ਚਿੰਤਾਮਣੀ ਹੋਵੇ, ਜਿਹੜਾ ਵੀ ਉਹਦੇ ਮਨ ਵਿੱਚ ਫੁਰਨਾ ਉਤਪੰਨ ਹੋਵੇ ਉਹ ਉਸੇ ਵੇਲੇ ਪੂਰਾ ਕਰ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੋ ਕਥਾ ਹੈ ਸਾਰੇ ਗੁਣਾਂ ਦੀ ਦਾਤੀ ਹੈ। ਜੋ ਵੀ ਗੁਣ ਕੋਈ ਜੀਵ ਚਾਹੇ ਕਿ ਮੇਰੇ ਵਿੱਚ ਆਹ ਗੁਣ ਪੈਦਾ ਹੋ ਜਾਵੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸੁਣਨ ਦੇ ਨਾਲ ਉਹਨੂੰ ਉਹੀ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ। ਮਾਰਗ ਚਲੇ ਜਾਹੇ ਗਤ ਦਾਏ। ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹ ਕੋੜੇ ਦਾ ਕੋੜ ਦੂਰ ਕਰਕੇ ਅੰਮ੍ਰਿਤ ਦੀਆਂ ਦਾਤਾਂ ਦੇ ਕੇ, ਉਸ ਵੇਲੇ ਅੰਮ੍ਰਿਤ ਚਰਨ ਪੌਲ ਦਾ ਹੀ ਵੰਡਿਆ ਜਾਂਦਾ ਸੀਗਾ। 9ਵਾਂ ਸਤਿਗੁਰਾਂ ਤੱਕ ਚਰਨ ਪੌਲ ਦੀ ਪਰੰਪਰਾ ਰਹੀ ਹੈ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਕੋਈ ਸਮਾਂ ਜਿਹੜਾ ਹੈ ਉਹ ਚਰਨ ਪੌਲ ਦੀਆਂ ਦਾਤਾਂ ਦਿੱਤੀਆਂ, ਬਖਸ਼ਿਸ਼ ਕੀਤੀ ਹੈ। ਉਪਰੰਤ 33 ਕੁ ਸਾਲ ਸੰਸਾਰੀ ਅਵਸਥਾ ਦੇ ਸਮੇਂ ਦੇ ਵਿੱਚ ਸਤਿਗੁਰਾਂ ਨੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਗੁਰੂ ਕੀ ਸੰਗਤ ਨੂੰ ਛਕਾਉਣਾ ਆਰੰਭ ਕੀਤਾ ਤੇ ਬਚਨ ਹੋਏ, ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਖੰਡੇ ਦਾ ਅੰਮ੍ਰਿਤ ਛਕਣਾ ਹੈ। ਇਹ ਅੰਮ੍ਰਿਤ ਛਕਿਆ ਗੁਰਮੁਖ ਜਨਾਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਐ ਜੀਵਾਂ ਨੂੰ ਤਾਰ ਕੇ ਅੰਮ੍ਰਿਤ ਦੀਆਂ ਦਾਤਾਂ ਦੇ ਕੇ, ਚਰਨ ਪੌਲ ਦੀਆਂ ਦਾਤਾਂ ਦੇ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਅੱਗੇ ਚਾਲੇ ਪਾਏ। ਗੋਬਿੰਦ ਲੋਕ ਮੇਲੇ ਕਛ ਆਏ। ਜਿਸ ਵੇਲੇ ਸਤਿਗੁਰੂ ਜੀ ਕੁਛ ਅੱਗੇ ਗਏ ਹਨ, ਕੋਈ ਰੱਬੀ ਰੂਹਾਂ, ਰੱਬ ਦੇ ਪਿਆਰੇ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲੇ ਸਾਧੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਮਿਲੇ। ਸਭਨ ਪਦਨ ਪਰ ਬੰਧਨ ਠਾਨੇ। ਉਹ ਸਾਰੇ ਭਗਤ ਜਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਬੈਠ ਗਏ ਉਚਰੇ ਮੁਖ ਬਾਨੇ। ਇਹ ਗਰੀਬ ਨਵਾਜ ਵੀ ਬੈਠ ਗਏ, ਉਹ ਸਾਧੂ ਵੀ ਬੈਠ ਗਏ ਤੇ ਸਾਧੂਆਂ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕੀਤੀ, ਰਾਵਰ ਸੋ ਜਾਸ ਸੁਨਾ ਸਭ ਥਾਏ। ਇਹ ਸੱਚੇ ਪਾਤਸ਼ਾਹ ਮਹਾਰਾਜ
ਤੁਹਾਡੀ ਸੋਭਾ ਵਡਿਆਈ ਜਿਹੜੀ ਹੈ ਤਿੰਨਾਂ ਲੋਕਾਂ ਦੇ ਵਿੱਚ ਹੋ ਰਹੀ ਅਸੀਂ ਸੁਣੀ ਹੈ। ਕੀਰਤ ਪਸਰ ਰਹੇ ਅਧਿਕਾਏ। ਕੋਈ ਜਗ੍ਹਾ ਇਹ ਜੀ ਨਹੀਂ ਹੈ ਜਿੱਥੇ ਤੁਹਾਡਾ ਜਸ ਸੋਭਾ ਨਾ ਹੁੰਦਾ ਹੋਵੇ। ਬਹੁਤ ਮਹਾਰਾਜ ਤੁਹਾਡੀ ਵਡਿਆਈ ਸੋਭਾ ਹੋ ਰਹੀ ਹੈ। ਚਹਿਤ ਮਿਲਾਪ ਬਿਤਿਓ ਕਿਤ ਕਾਲਾ। ਗਰੀਬ ਨਵਾਜ ਮਹਾਰਾਜ ਬਹੁਤ ਸਮਾਂ ਹੋ ਗਿਆ ਹੈ, ਅਸੀਂ ਚਾਹੁੰਦੇ ਸੀ ਕਿ ਤੁਹਾਡਾ ਸਾਨੂੰ ਦਰਸ਼ਨ ਹੋਵੇ। ਆਗਸ ਮਾਤਰ ਅਬ ਮਿਲੇ ਕਿਰਪਾਲਾ। ਤੇ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਸਾਡੇ ਫੁਰਨੇ ਨੂੰ ਜਾਣਦਿਆਂ ਹੋਇਆਂ ਸਾਡੀਆਂ ਬੇਨਤੀਆਂ ਨੂੰ ਸਰਵਣ ਕਰਕੇ ਸੁਣ ਕੇ ਅਗਸ ਮਾਤਰ ਅਚਨਚੇਤੇ ਝਟਪਟ ਮਹਾਰਾਜ ਤੁਸੀਂ ਸਾਨੂੰ ਦਰਸ਼ਨ ਦੇ ਦਿੱਤੇ ਹਨ। ਰਣ ਸੰਭਾਖਣ ਰਾਵਰ ਸਾਥਾ। ਇਹ ਸੱਚੇ ਪਾਤਸ਼ਾਹ ਮਹਾਰਾਜ, ਸਾਡੇ ਮਨ ਦੇ ਵਿੱਚ ਕੋਈ ਫੁਰਨੇ ਹੈ, ਅਸੀਂ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦੇ ਹਾਂ। ਕੋਈ ਪ੍ਰਸ਼ਨ ਉੱਤਰ, ਸਵਾਲ ਜਵਾਬ। ਇੱਕ ਤੇ ਹੁੰਦਾ ਸਾਧ ਸੰਗਤ ਜੀ ਤਰਕਾਂ ਬਤਰਕਾਂ ਦੇ ਨਾਲ ਸਵਾਲ ਜਵਾਬ ਕਰਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹੈ ਭਈ ਸਵਾਲ ਵੀ ਕਰੇ ਤੇ ਜਵਾਬ ਵੀ ਦੇਵੇ, ਮੱਥਾ ਵੀ ਟੇਕੇ ਤੇ ਮਸ਼ਕਰੀਆਂ ਵੀ ਕਰੇ। ਮਹਾਰਾਜ ਕਹਿੰਦੇ ਉਹ ਤੇ ਮੁੱਢੋਂ ਹੀ ਭੁੱਲਿਆ ਹੋਇਆ ਜੀਵ ਹੈ। ਸਵਾਲ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁਥਾ ਜਾਏ। ਸਲਾਮ ਮੱਥਾ ਵੀ ਟੇਕੇ ਤੇ ਬਚਨ ਵੀ ਨਾ ਮੰਨੇ, ਉਹ ਮੁੱਢੋਂ ਹੀ ਭੁੱਲ ਗਿਆ। ਮੱਥਾ ਟੇਕਣਾ ਤੇ ਆਪਣੇ ਮਨ ਦੇ ਗਿਆਨ ਵਾਸਤੇ, ਸੋਝੀ ਵਾਸਤੇ, ਜਿਹਦੇ ਨਾਲ ਅਕਲ ਆ ਜਾਵੇ, ਇਹ ਜਿਹਾ ਕੋਈ ਸਤਿਗੁਰਾਂ ਨੂੰ ਪ੍ਰਸ਼ਨ ਕਰਨਾ, ਇਹਦੇ ਨਾਲ ਸਾਧ ਸੰਗਤ ਜੀ ਸਵਾਬ ਪ੍ਰਾਪਤ ਹੁੰਦਾ, ਪੁੰਨ ਪ੍ਰਾਪਤ ਹੁੰਦਾ, ਉਹ ਗੁਨਾਹ ਨਹੀਂ ਮੰਨਿਆ ਜਾਂਦਾ। ਕਹਿਣ ਲੱਗੇ ਮਹਾਰਾਜ ਸਾਡੇ ਮਨ ਵਿੱਚ ਕੁਝ ਐਸੇ ਫੁਰਨੇ ਹਨ ਜੋ ਆਪ ਜੀ ਦੇ ਨਾਲ ਅਸੀਂ ਸਾਂਝੇ ਕਰਨੇ ਚਾਹੁੰਦੇ ਹਾਂ। ਬੁਝਨ ਚਾਹੈ ਪ੍ਰਭੂ ਕੀ ਗਾਥਾ। ਇਹ ਸੱਚੇ ਪਾਤਸ਼ਾਹ ਮਹਾਰਾਜ, ਜੋ ਅਕਾਲ ਪੁਰਖ ਵਾਹਿਗੁਰੂ ਹੈ, ਨਿਰੰਕਾਰ ਹੈ, ਉਹਦੇ ਬਾਰੇ ਦੇ ਵਿੱਚ ਅਸੀਂ ਕੁਝ ਬਚਨ ਆਪ ਜੀ ਨਾਲ ਕਰਨਾ ਚਾਹੁੰਦੇ ਹਾਂ। ਜੇ ਆਇਸ ਤੁਮ ਦੇਹੋ ਗੁਸਾਈ। ਇਹ ਗਰੀਬ ਨਵਾਜ ਪਾਤਸ਼ਾਹ, ਜੇ ਸਾਨੂੰ ਹੁਕਮ ਦੇਵੋ ਆਪ ਜੀ, ਕਰਹਿ ਆਪਨੋ ਪ੍ਰਸ਼ਨ ਬਨਾਈ। ਤਾਂ ਫਿਰ ਅਸੀਂ ਕੋਈ ਪ੍ਰਸ਼ਨ ਜਿਹੜਾ ਹੈ ਨਾ, ਸਵਾਲ ਆਪ ਜੀ ਨੂੰ ਕਰੀਏ, ਪੁੱਛੀਏ। ਸੁਨ ਕਰ ਸ੍ਰੀ ਗੁਰ ਗਿਰਾ ਉਚਾਰੇ। ਇਹ ਬਚਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਾਧੂਆਂ ਦੇ ਸੁਣੇ ਤੇ ਕਿਹਾ ਤੁਮ ਬੋਝਨ ਪਰ ਹਾਂ ਬਲਹਾਰੇ। ਸੱਚੇ ਪਾਤਸ਼ਾਹ ਕਹਿਣ ਲੱਗੇ ਮਹਾਰਾਜ, ਕਹਿੰਦੇ ਭਾਈ ਸਾਧੂ ਜਨੋ, ਜਿਹੜਾ ਬਚਨ ਤੁਸੀਂ ਪੁੱਛਣਾ ਚਾਹੁੰਦੇ ਹੋ ਨਾ, ਰੱਬ ਦੇ ਘਰ ਦੇ ਬਚਨ, ਗੱਲਾਂ ਸਾਡੇ ਨਾਲ ਕਰਨੀਆਂ ਚਾਹੁੰਦੇ ਹੋ, ਇਹਨਾਂ ਬਚਨਾਂ ਤੋਂ ਤਾਂ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਰੱਬ ਦੇ ਘਰ ਦੇ ਬਚਨ ਕਰਨੇ, ਸੁਣਨੇ, ਪਰਮੇਸ਼ਵਰ ਦੇ ਨਾਲ ਜੁੜਨਾ, ਇਹੋ ਤੇ ਸਾਧੂਆਂ ਦੀ ਨਿਸ਼ਾਨੀ ਹੈ। ਇੱਧਰਲੇ ਉੱਧਰਲੇ ਬਚਨ ਕਰਨੇ, ਝਖਾਂ ਮਾਰਨੀਆਂ, ਨਿੰਦਿਆ ਚੁਗਲੀ ਕਰਨੀ, ਇਹ ਸਾਧੂਆਂ ਨੂੰ ਸੋਭਦੀ ਨਹੀਂ ਹੈ। ਸਾਧੂ ਅਸਲ ਦੇ ਵਿੱਚ ਹੈ ਹੀ ਉਹ ਹੈ ਜਿਹਦੇ ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਉਪਦਰਵ ਨਹੀਂ ਹੈ, ਜਿਹੜਾ ਸਾਰੇ ਉਪਦਰਵਾਂ ਤੋਂ ਸ਼ਾਂਤ ਹੈ, ਇੱਕ ਪ੍ਰਭੂ ਰਸ ਦੇ ਵਿੱਚ ਲੀਨ ਹੈ, ਉਹੀ ਸਾਧੂ ਹੈ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਨਾ, ਪਰਮੇਸ਼ਵਰ ਦੇ ਘਰ ਦੇ ਬਚਨ ਸਾਡੇ ਨਾਲ ਕਰਨੇ ਚਾਹੁੰਦੇ ਹੋ, ਉਹਨਾਂ ਬਚਨਾਂ ਤੋਂ ਅਸੀਂ ਬਲਿਹਾਰਨੇ ਜਾਂਦੇ ਹਾਂ। ਜਾਣਤੇ ਪਇਓ ਪ੍ਰੇਮ ਅਭਿਰਾਮੋ। ਇਹ ਜੇ ਬਚਨ ਜਿਨ੍ਹਾਂ ਦੇ ਕਰਨ ਦੇ ਨਾਲ ਇਹ ਪ੍ਰੇਮ ਹਿਰਦੇ ਵਿੱਚ ਹੋਰ ਪੈਦਾ ਹੁੰਦਾ ਹੈ। ਹਰ ਚਰਚਾ ਭਗਤਨ ਕੋ ਕਾਮੋ। ਕਿਉਂਕਿ ਭਗਤਾਂ ਦਾ ਕੰਮ ਕੀ ਹੈ? ਜਿਹੜੇ ਪਰਮੇਸ਼ਵਰ ਦੇ ਰੱਬ ਦੇ ਪਿਆਰੇ, ਉਹਨਾਂ ਦਾ ਕੰਮ ਹੀ ਇਹ ਹੈ, ਪਰਮੇਸ਼ਵਰ ਦੇ ਘਰ ਦੇ ਬਚਨ ਕਰਨੇ, ਹਰੀ ਨਿਰੰਕਾਰ ਦੇ ਘਰ ਦੇ ਬਚਨ ਕਰਨੇ, ਇਹੀ ਉਹਨਾਂ ਦਾ ਕੰਮ ਹੈ। ਇਸ ਬੇਦ ਸਫਲੇ ਘੜੀ ਬਿਹਾਵ ਹੈ। ਇਹ ਜਿਹੜਾ ਸਮਾਂ ਹੈ ਨਾ, ਜੋ ਪਰਮੇਸ਼ਵਰ ਦੇ ਘਰ ਦੇ ਬਚਨ ਕਰਨ ਦੇ ਵਿੱਚ ਬਤੀਤ ਕਰਨਾ ਹੈ, ਇਹੀ ਸਮਾਂ ਸਫਲਾ ਹੁੰਦਾ ਹੈ ਜੀਵ ਦਾ। ਗਿਆਨ ਕਥਾ ਕੋ ਸੁਨਹਿ ਸੁਨਾਵਹਿ। ਗਿਆਨ ਦੇ ਬਚਨ ਕਰਨੇ, ਰੱਬ ਦੇ ਘਰ ਦੇ ਬਚਨ ਕਰਨੇ, ਸਾਧੂ ਜਿਹੜੇ ਰੱਬ ਦੇ ਪਿਆਰੇ ਬਖਸ਼ੀਆਂ ਹੋਈਆਂ ਰੂਹਾਂ ਨੇ, ਉਹਨਾਂ ਦੇ ਬਚਨ ਕਰਨੇ, ਸੁਣਨੇ, ਇਹਦੇ ਨਾਲ ਸਮਾਂ ਸਫਲਾ ਹੁੰਦਾ ਹੈ, ਜੀਵਨ ਸਫਲਾ ਹੁੰਦਾ ਹੈ। ਦੋਹਰਾ ਸੰਤ ਕਹਿ ਕਰਤਾਰ ਜੋ ਕੈਸੇ ਤਾਹੇ ਬਨਾਏ। ਸੋ ਬੇਨਤੀ ਕੀਤੀ ਸਾਧੂਆਂ ਨੇ, ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਮਹਾਰਾਜ, ਉਹ ਜਿਹੜਾ ਕਰਤਾ ਪੁਰਖ ਵਾਹਿਗੁਰੂ ਹੈ, ਉਹਦੀ ਬਣਤਰ ਕਿਹੋ ਜਿਹੀ ਹੈ?
ਉਹਦਾ ਸਰੂਪ ਕਿਹੋ ਜਿਹਾ ਹੈਗਾ, ਉੱਚਾ ਲੰਬਾ ਚੌੜਾ ਕਿੰਨਾ ਹੈਗਾ, ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ। रूप रंग जस चहन है सो तुम देहो सुनाए। ਉਹਦਾ ਰੂਪ ਕਿਹੋ ਜਿਹਾ ਹੈ, ਚਿੰਨ ਆਕਾਰ ਕਿਹੋ ਜਿਹਾ ਹੈ, ਕਿਹੋ ਜਿਹਾ ਸੁੰਦਰ ਹੈ ਮਹਾਰਾਜ, ਸਾਰੀ ਉਹਦੀ ਬਣਤਰ ਸਾਨੂੰ ਕਿਰਪਾ ਕਰਕੇ ਦੱਸੋ ਜੀ। ਚਉਪਈ ਸਭ ਪਰਮਾਨ ਬਤਾਵਹੁ ਤਿਹ ਕੋ। ਗਰੀਬ ਨਵਾਜ ਪਾਤਸ਼ਾਹ ਜਿਵੇਂ ਆਮ ਮਨੁੱਖ ਦੇ ਨੁਹਾਰ ਆਪਾਂ ਕਹਿੰਦੇ ਆ ਵੀ ਫਲਾਨਾ ਇਸ ਤਰ੍ਹਾਂ ਦਾ ਹੈ, ਉਹਦਾ ਨੱਕ ਇਹੋ ਜਿਹਾ ਹੈ, ਗਰਦਨ ਇਹੋ ਜਿਹੀ ਹੈ, ਅੱਖਾਂ ਇਹੋ ਜਿਹੀਆਂ ਹਨ, ਕਈ ਮੰਬੋਲੇ ਵਰਗੀਆਂ, ਕਈ ਹਿਰਨ ਦੇ ਬੱਚੇ ਵਰਗੀਆਂ ਅੱਖਾਂ ਦੱਸਦੇ, ਨੇਤਰਾਂ ਦੇ ਵਿੱਚ ਲਾਲੀ ਕਬਲ ਫੁੱਲ ਵਰਗੀ ਦੱਸਦੇ, ਚਿਹਰਾ ਸੂਰਜ ਵਾਂਗੂ ਖਿੜਿਆ ਹੋਇਆ, ਆਦਿਕ ਆਦਿਕ ਚੰਦਰਮਾ ਵਰਗਾ। ਮਹਾਰਾਜ ਰੱਬ ਪਰਮੇਸ਼ਵਰ ਕਿਹੋ ਜਿਹਾ ਹੈ, ਇਹ ਕਿਰਪਾ ਕਰਕੇ ਸਾਨੂੰ ਦੱਸੋ। ਸੁਰ ਨਾਰ ਖੋਜਤ ਫਿਰ ਹੈ ਜਹ ਕੋ। ਮਹਾਰਾਜ ਉਹ ਐਸਾ ਪਰਮੇਸ਼ਵਰ ਨਿਰੰਕਾਰ ਜਿਹਨੂੰ ਦੇਵਤੇ ਵੀ ਲੱਭ ਰਹੇ ਹੈ, ਸੱਚੇ ਪਾਤਸ਼ਾਹ ਜਿਹਨੂੰ ਮਨੁੱਖ ਵੀ ਖੋਜ ਰਹੇ ਹਨ। ਕਿਸ ਪ੍ਰਕਾਰ ਸੋ ਉਤਪਾਤ ਪਇਓ। ਇਹ ਮਹਾਰਾਜ ਉਹਦੀ ਉਤਪਤੀ ਕਿਵੇਂ ਹੋਈ ਹੈ, ਪਰਮੇਸ਼ਵਰ ਜਿਹੜਾ ਹੈ ਉਹਦੀ ਪੈਦਾਇਸ਼ ਕਿਵੇਂ ਹੋਈ ਹੈ, ਕਿਦੋਂ ਆਪ ਹੀ ਤੇ ਬਨ ਗਇਓ। ਤੇ ਜਾਂ ਮਹਾਰਾਜ ਸਾਨੂੰ ਐਂ ਦੱਸੋ ਕਿਰਪਾ ਕਰਕੇ ਭਈ ਉਸ ਆਕਾਰ ਨੂੰ, ਪਰਮੇਸ਼ਵਰ ਨੂੰ, ਕਰਤੇ ਨੂੰ ਕਿਸੇ ਨੇ ਪੈਦਾ ਹੀ ਨਹੀਂ ਕੀਤਾ ਕਿ ਆਪਣੇ ਆਪ ਹੀ ਉਹ ਪੈਦਾ ਹੋਇਆ ਹੋਇਆ ਹੈ। ਤੁਮ ਹੋ ਮਿਲੇ ਭੇਵ ਸਭ ਜਾਣਹੁ। ਇਹ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਪਰਮੇਸ਼ਵਰ ਦੇ ਨਾਲ ਮਿਲੇ ਹੋਏ ਹੋ, ਤੁਸਾਂ ਨੇ ਦਰਸ਼ਨ ਇੱਕ ਨਹੀਂ ਅਨੇਕਾਂ ਵਾਰ ਕੀਤੇ ਹੋਏ ਹੈ। ਉਹ ਰੱਬੀ ਭੇਦ ਨੂੰ ਸਾਰੇ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੀ। ਪਰਾ ਉਰਾ ਲਖ ਲਿਅਤ ਪਛਾਨਹੁ। ਉਹ ਮਹਾਰਾਜ ਪਰਾ ਤੇ ਉਰਾ ਇਹ ਬੜੀ ਠੇਠ ਮਾਝੇ ਦੀ ਭਾਸ਼ਾ ਹੈ ਪੰਜਾਬ ਦੀ। ਪਰਲਾ ਪਾਸਾ ਤੇ ਉਰਲਾ ਪਾਸਾ, ਦੂਸਰਾ ਕਿਨਾਰਾ ਪਾਰ ਵਾਲਾ ਤੇ ਇਧਰਲਾ, ਭਾਵ ਉਹਦੀ ਆਰੰਭਤਾ ਕਿੱਥੇ ਹੁੰਦੀ ਹੈ ਤੇ ਖਾਤਮਾ ਕਿੱਥੇ ਹੁੰਦਾ ਹੈ। ਪੈਰਾਂ ਦੇ ਨਹੁੰਆਂ ਤੋਂ ਲੈ ਕੇ ਸਿਰ ਦੇ ਚੋਟੀ ਦੇ ਵਾਲ ਤੱਕ ਮਹਾਰਾਜ ਸਾਰਾ ਕੁਝ ਜਾਣਦੇ ਹੋ। ਕਿਰਪਾ ਕਰਕੇ ਉਰਲਾ ਪਰਲਾ ਸਾਰਾ ਪਾਸਾ ਸੰਪੂਰਨ ਸਰੂਪ ਦੇ ਵਿੱਚ ਆਪ ਜੀ ਦੇ ਗਿਆਨ ਵਿੱਚ ਹੈ, ਮਿਹਰ ਕਰਕੇ ਸਾਨੂੰ ਦੱਸੋ। ਸੋਨ ਗੁਣ ਖਾਨੇ ਉਚਰੇ ਬਾਨੇ। ਇਹ ਬਚਨ ਸਾਧੂਆਂ ਦੇ ਸੁਣੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਆਹੋ ਸੰਤ ਤਿਹ ਅੰਤ ਨਾ ਜਾਣੇ। ਇਹ ਸਾਧੂ ਜਨੋ ਜਿਹਦੇ ਕਿਨਾਰੇ ਲੱਭਦੇ ਫਿਰਦੇ ਹੋ ਵੀ ਉਰਲਾ ਕਿਹੋ ਜਿਹਾ ਤੇ ਪਰਲਾ ਕਿਹੋ ਜਿਹਾ, ਵਹਿਣ ਕਿਹੋ ਜਿਹਾ ਵਹਿੰਦਾ, ਉਹਦਾ ਨਹੀਂ ਕੋਈ ਅੰਤ ਪਾ ਸਕਦਾ। ਉਹ ਬੇਅੰਤ ਤੋਂ ਬੇਅੰਤ ਹੈ, ਅੰਤ ਨਾ ਪਾਵਤ ਦੇਵ ਸਭੈ ਮਨ। ਇੰਦਰ ਮਹਾਸ਼ਿਵ ਜੋ ਕਰੀ ਹੁਣ ਵੇਦ ਬਿਰੰਚ ਵਿਚਾਰ ਰਹੇ ਹੋ। ਉਹ ਤਾਂ ਤੂੰ ਹੀ ਕਰਦਿਆਂ ਹੀ ਆਨੰਦ ਪ੍ਰਾਪਤ ਆਉਂਦਾ ਹੈ, ਅੰਤ ਨਹੀਂ ਉਹਦਾ ਕਿਸੇ ਨੇ ਪਾਇਆ ਹੈ। ਕਹਿਨ ਬੇਅੰਤ ਅੰਤ ਇਹ ਆਹੇ। ਉਹਦਾ ਅੰਤ ਜੇ ਲੈਣਾ ਹੈ ਨਾ ਤੁਸੀਂ ਤੇ ਇੱਕੇ ਹੀ ਗੱਲ ਵਿੱਚ ਅੰਤ ਹੈ। ਹੱਥ ਜੋੜ ਕੇ ਕਹੋ, ਹੇ ਮੇਰੇ ਪਰਮੇਸ਼ਰ ਤੂੰ ਬੇਅੰਤ ਹੈ, ਅਸੀਂ ਤੇਰਾ ਅੰਤ ਨਹੀਂ ਪਾ ਸਕਦੇ, ਪਰ ਇਹੀ ਉਹਦਾ ਅੰਤ ਹੈ। ਜੇ ਤੁਹਾਡੇ ਮਨ ਵਿੱਚ ਹੋਵੇ ਨਾ ਉਹਦਾ ਅੰਤ ਪਾ ਲਈਏ, ਅਰਦਾਸ ਕਰੋ, ਮੇਰੇ ਕਰਤੇ ਪੁਰਖ ਵਾਹਿਗੁਰੂ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾਂਦਾ, ਇਹੀ ਉਹਦਾ ਅੰਤ ਹੈ। ਇਸ ਤੋਂ ਅੱਗੇ ਉਹਦਾ ਕੁਝ ਵੀ ਨਹੀਂ ਆਪਾਂ ਜਾਣਦੇ ਹਾਂ। ਔਰ ਨਾ ਤਿਹ ਕੋ ਜਾਣਿਓ ਜਾਹੇ। ਬਾਕੀ ਉਸ ਪਰਮੇਸ਼ਵਰ ਦਾ ਕੁਝ ਵੀ ਜਾਣਿਆ ਨਹੀਂ ਜਾਂਦਾ ਹੈ। ਦਵਾਦਸ ਮਾਸ ਬਰਖ ਹੈ ਜੋਏ। ਇਹ ਜਿਹੜਾ ਇੱਕ ਸਾਲ ਦਾ 12 ਮਹੀਨੇ ਹੁੰਦੇ ਹੈ, ਨਿਸ ਦਿਨ ਏਕ ਸੁਰਨ ਕੋ ਸੋਏ। ਤੇ ਇਹ ਮਨੁੱਖਾਂ ਦਾ ਇੱਕ ਸਾਲ ਹੁੰਦਾ ਹੈ 12 ਮਹੀਨਿਆਂ ਦਾ, ਤੇ ਜਿਹੜੇ ਦੇਵਤੇ ਨੇ ਉਹਨਾਂ ਦਾ ਇੱਕ ਦਿਨ ਤੇ ਇੱਕ ਰਾਤ ਬਣਦਾ, ਭਾਵ 6 ਮਹੀਨਿਆਂ ਦਾ ਦਿਨ ਹੁੰਦਾ ਹੈ ਤੇ 6 ਮਹੀਨਿਆਂ ਦੀ ਇੱਕ ਰਾਤ ਹੁੰਦੀ ਹੈ। ਦਵੈ ਸਹੰਸਰ ਜੋਗ ਸੁਰ ਕੋ ਹੋਏ। ਇਸੇ ਤਰ੍ਹਾਂ 2000 ਯੁੱਗ ਜਿਹੜੇ ਬਤੀਤ ਹੋਣ, ਬ੍ਰਹਮੇ ਕੋ ਨਿਸ ਦਿਨ ਹੈ ਸੋਏ। ਤੇ ਉਹ ਇਸ ਤਰ੍ਹਾਂ ਦੇ ਦਿਨਾਂ ਦੇ 2000 ਯੁੱਗ ਬਤੀਤ ਹੋਣ ਤੇ ਬ੍ਰਹਮਾ ਦਾ ਇੱਕ ਦਿਨ ਤੇ ਇੱਕ ਰਾਤ ਬਣਦਾ ਹੈ। ਆਸ ਨਿਸ ਦਿਨ ਕੇ ਸਮਤ ਸ਼ਤ ਹੈ। ਇਸੇ ਤਰ੍ਹਾਂ 1000 ਸਾਲ ਇਸ ਤਰ੍ਹਾਂ ਦੇ ਬਤੀਤ ਹੋਣ ਦੇਵਤਿਆਂ ਦੇ, ਬ੍ਰਹਮਾ ਦੇ। ਸੋ ਬ੍ਰਹਮੇ ਕੇ ਬੈਸ ਗਿਨਤ ਹੈ। ਇਹ ਇੰਨੀ ਉਮਰ ਗਿਣੀ ਜਾਂਦੀ ਹੈ ਬ੍ਰਹਮਾ ਜੀ ਦੀ।
ਅਹ ਬਿਸ਼ਨ ਕੋ ਨਿਸ ਦਿਨ ਸੋਏ। ਇਸੇ ਤਰ੍ਹਾਂ ਜਿੰਨੀ ਉਮਰ ਹੁੰਦੀ ਹੈ ਬ੍ਰਹਮਾ ਦੀ, ਉਹਨਾਂ ਇੱਕ ਤੇ ਦਿਨ ਰਾਤ ਵਿਸ਼ਨੂੰ ਜੀ ਦਾ ਹੁੰਦਾ ਹੈ। ਬਰਖ ਸਹਸ ਅਸ ਜਬ ਤਿਸ ਹੋਏ। ਇਹ ਇਸ ਤਰ੍ਹਾਂ ਬ੍ਰਹਮਾ ਜੀ ਦੀ ਉਮਰ ਦੇ ਜਦ 1000 ਸਾਲ ਬਤੀਤ ਹੁੰਦੇ ਹੈ, ਤਬ ਤਨ ਤਜ ਨ ਹੋ ਬਿਸ਼ਨ ਪ੍ਰਮਾਨ ਹੋ। ਤੇ ਤਾਂ ਵਿਸ਼ਨੂੰ ਜੀ ਦਾ ਸਰੀਰ ਦਾ ਅੰਤ ਹੁੰਦਾ ਹੈ। ਕਿਉਂਕਿ ਸਾਧ ਸੰਗਤ ਜੀ, ਜਿੰਨੇ ਵੀ ਇਸ ਸੰਸਾਰ ਦੇ ਵਿੱਚ ਨਾਮ ਹਨ ਉਹ ਸਾਰੇ ਖਤਮ ਹੋਣ ਵਾਲੇ ਹਨ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਏਕ ਸ਼ਿਵ ਭਏ ਇੱਕ ਗਏ ਇੱਕ ਫੇਰ ਪਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ, ਕਾਲ ਹੀ ਪਾਏ ਭਇਓ ਜੁਗਿਆ ਹੈ। ਕਾਲ ਹੀ ਪਾਏ ਸੁਰਾਸੁਰ ਗੰਧਰਵ, ਜਚ ਭਚੰਗ ਦਿਸ਼ਾ ਵਿਦਿਸ਼ਾ ਹੈ। ਔਰ ਸਕਾਲ ਸਭੇ ਬਸ ਕਾਲ ਕੇ, ਏਕ ਹੀ ਕਾਲ ਅਕਾਲ। ਅਕਾਲ ਪੁਰਖ ਕਾਲ ਤੋਂ ਰਹਿਤ, ਬਾਕੀ ਸਭ ਕਾਲ ਵਿੱਚ ਹੈ। ਪਰ ਉਹਨਾਂ ਦੀ ਉਮਰ ਮੰਨੀ ਗਈ ਹੈ ਜਿਵੇਂ ਮਨੁੱਖਾਂ ਦੀ 100 ਸਾਲ ਦੀ, ਕੋਈ 100 ਤੋਂ ਵੱਧ ਵੀ ਹੋ ਜਾਂਦੇ ਹੈ, ਅਤੇ ਕੋਈ ਜਨਮ ਲੈਂਦਿਆਂ ਹੀ ਜਕਾਰਾ ਬੁਲਾ ਜਾਂਦੇ ਹੈ, ਕੋਈ ਭਰ ਜਵਾਨੀ ਵਿੱਚ ਅਤੇ ਕੋਈ ਕਿਸੇ ਉਮਰ ਦੇ ਵਿੱਚ। ਇਹ ਪੱਕਾ ਨਹੀਂ, ਪਰ ਜਿਵੇਂ ਮਨੁੱਖ ਦੀ ਉਮਰ 100 ਸਾਲ ਦੀ ਮੰਨੀ ਗਈ ਹੈ, ਇਸ ਤਰ੍ਹਾਂ ਇਹਨਾਂ ਦੇਵਤਿਆਂ ਦੀ, ਬ੍ਰਹਮਾ ਦੀ, ਵਿਸ਼ਨੂੰ ਆਦਿਕ ਦੀ ਉਮਰ ਮੰਨੀ ਗਈ ਹੈ। ਏਕ ਦਿਵਸ ਸ਼ਿਵ ਕੋ ਸੋ ਪਛਾਨ ਹੋ। ਇਸ ਤਰ੍ਹਾਂ ਜਿੰਨੀ ਉਮਰ ਹੁੰਦੀ ਵਿਸ਼ਨੂੰ ਜੀ ਦੀ, ਸਾਰੀ ਉਮਰ ਦੇ ਬਰਾਬਰ ਸ਼ਿਵ ਜੀ ਦਾ ਇੱਕ ਦਿਨ ਉਮਰ ਦਾ ਮੰਨਣਾ ਕਰੋ। ਐਸੇ ਹੋਏ ਬਾਰਖ ਛਤ ਜਬ ਹੈ। ਤੇ ਇਸ ਤਰ੍ਹਾਂ ਜਦ 100 ਸਾਲ ਪੂਰੇ ਹੋ ਜਾਂਦੇ ਹੈ, ਤਨ ਕੋ ਛੋਰ ਦੇਹ ਸ਼ਿਵ ਤਬ ਹੈ। ਤਾਂ ਸ਼ਿਵ ਜੀ ਜਿਹੜੇ ਆਪਣੇ ਸਰੀਰ ਨੂੰ, ਭਾਵ ਬ੍ਰਹਮਾ ਜੀ ਦੀ ਉਮਰ ਜਿਹੜੀ ਵਿਸ਼ਨੂੰ ਜੀ ਦੀ ਉਮਰ ਮੰਨੀ ਗਈ ਹੈ, ਤੇ ਉਹਨਾਂ ਦੀ ਉਮਰ ਦਾ ਇੱਕ ਦਿਨ ਬਣਦਾ ਹੈ ਸ਼ਿਵ ਜੀ ਦਾ। ਤੇ 100 ਵਿਸ਼ਨੂੰ ਜੀ ਪੈਦਾ ਹੋ ਕੇ ਮਰ ਜਾਣ, ਤੇ ਇੰਨੀ ਉਮਰ ਅੱਗੇ ਜਾ ਕੇ ਸ਼ਿਵ ਜੀ ਦੀ ਬਣਦੀ ਹੈ। ਇਤਨੋ ਕਾਲ ਬੀਤਿਓ ਜੋਏ। ਇਸ ਤਰ੍ਹਾਂ ਇਹ ਜਿਹੜਾ ਸਮਾਂ ਬਤੀਤ ਹੁੰਦਾ ਹੈ, ਏਕ ਨਿਮਖ ਮਾਇਆ ਕੇ ਸੋਏ। ਇੰਨੀ ਉਮਰ ਬਤੀਤ ਹੋਣ ਤੋਂ ਬਾਅਦ ਇੱਕ ਛਿਨ ਜਿਹੜਾ ਹੈ ਪਰਮੇਸ਼ਵਰ ਦੀ ਸ਼ਕਤੀ ਜਿਹੜੀ ਮਾਇਆ, ਉਹਦਾ ਬਤੀਤ ਹੁੰਦਾ ਹੈ। ਤਿਸ ਮਾਇਆ ਕੋ ਨਾਹੀਂ ਅੰਤਾ। ਉਹ ਜਿਹੜੀ ਮਾਇਆ ਹੈ, ਕਿੰਨੇ 100 ਸਾਲ ਸ਼ਿਵ ਜੀ ਦੀ ਉਮਰ, ਸੰਸਾਰ ਦੇ ਹਿਸਾਬ ਕਿਤਾਬ ਵੀ ਮੁੱਕ ਜਾਂਦੇ ਆ, ਤੇ ਇੱਕ ਛਿਨ ਬਣਦਾ ਮਾਇਆ ਦਾ। ਤੇ ਉਹ ਜਿਹੜੀ ਮਾਇਆ ਹੈ ਉਹ ਬੇਅੰਤ ਹੈ, ਪਰਮੇਸ਼ਵਰ ਦੀ ਸ਼ਕਤੀ ਵੀ ਜਿਸ ਨੂੰ ਆਪਾਂ ਕਹਿ ਦਿੰਦੇ ਆ। ਤੇਹ ਪਾਤ ਕੋ ਕਹਿ ਬਿਰਤੰਤਾ। ਕਿਉਂਕਿ ਮਾਇਆ ਦੇ ਪਤੀ ਹਨ ਪਰਮੇਸ਼ਵਰ ਨਿਰੰਕਾਰ। ਜਿਸ ਮਾਇਆ ਦਾ ਅੰਤ ਹੀ ਨਹੀਂ ਪਾਇਆ ਜਾਂਦਾ, ਤੇ ਉਹਦੇ ਪਤੀ ਪਰਮੇਸ਼ਵਰ ਨਿਰੰਕਾਰ ਦਾ ਅੰਤ ਕਿੱਥੋਂ ਪਾਇਆ ਜਾਵੇਗਾ। ਅਸ ਕਹਿ ਸ਼੍ਰੀ ਗੁਰ ਪਰਮ ਉਦਾਰਾ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਾਧੂਆਂ ਦੇ ਨਾਲ ਕੀਤੇ। ਸ਼ਬਦ ਗੁਜਰੇ ਬਿਖਾ ਉਚਾਰਾ। ਉਪਰੰਤ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ। ਗੂਜਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਗੁਜਰੇ ਮਹੱਲਾ ਪਹਿਲਾ। ਨਾਭ ਕਮਲ ਤੇ ਬ੍ਰਹਮਾ ਉਪਜੇ। ਸੱਚੇ ਪਾਤਸ਼ਾਹ ਮਹਾਰਾਜ ਦੱਸਦੇ, ਕਹਿੰਦੇ ਵੀ ਜਾਲੀ ਜਲ ਸੀਗਾ, ਕੁਛ ਵੀ ਨਹੀਂ ਸੀਗਾ, ਤੇ ਪਰਮੇਸ਼ਵਰ ਦੀ ਨਾਭੀ ਦੇ ਵਿੱਚੋਂ ਕਬਲ ਫੁੱਲ ਪੈਦਾ ਹੋਇਆ, ਤੇ ਕਬਲ ਦੇ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ। ਵੇਦ ਪੜ੍ਹੇ ਮੁਖ ਕੰਠ ਸਵਾਰ। ਗਲਾ ਬੜਾ ਸੋਹਣਾ ਸੁੰਦਰ ਪਰਮੇਸ਼ਵਰ ਨੇ ਦਿੱਤਾ ਹੋਇਆ ਸੀ। ਇਹ ਵੀ ਪਰਮੇਸ਼ਵਰ ਦੀਆਂ ਦਾਤਾਂ ਹੀ ਹੁੰਦੀਆਂ, ਕਿਸੇ ਦੇ ਹੱਥ ਵੱਸ ਦੀ ਗੱਲ ਨਹੀਂ ਹੁੰਦੀ ਹੈ। ਸੋ ਉਹ ਕਬਲ ਦੇ ਵਿੱਚੋਂ ਪੈਦਾ ਹੋ ਕੇ, ਕਬਲ ਪਰਮੇਸ਼ਵਰ ਦੀ ਨਾਭੀ ਵਿੱਚੋਂ ਪੈਦਾ ਹੋਇਆ, ਕਬਲ 'ਚੋਂ ਬ੍ਰਹਮਾ ਜੀ ਪੈਦਾ ਹੋਏ, ਤੇ ਪੈਦਾ ਹੋ ਕੇ ਫਿਰ ਪਰਮੇਸ਼ਵਰ ਦੀ ਉਸਤਤੀ ਦੇ ਵਿੱਚ ਇਹ 4 ਵੇਦ ਉਚਾਰਨ ਕੀਤੇ। ਵੇਦਾਂ ਦੀਆਂ ਸ਼ਰੂਤੀਆਂ ਬਹੁਤ ਮਿੱਠੀ ਆਵਾਜ਼ ਦੇ ਵਿੱਚ ਗਾਉਣੀਆਂ ਸ਼ੁਰੂ ਕੀਤੀਆਂ ਬ੍ਰਹਮਾ ਜੀ ਨੇ। ਤਾਂ ਕੋ ਅੰਤ ਨਾ ਜਾਏ ਲਖਣਾ। 4 ਵੇਦ ਉਚਾਰਨ ਕੀਤੇ ਹਨ, ਪਰ ਇਹ ਬ੍ਰਹਮਾ ਜੀ ਵੀ ਉਸ ਪਰਮੇਸ਼ਵਰ ਦਾ ਅੰਤ ਨਹੀਂ ਪਾ ਸਕੇ। ਆਵਤ ਜਾਤ ਰਹਿ ਗੁਬਾਰ। ਇਸ ਤਰ੍ਹਾਂ ਸਾਧ ਸੰਗਤ ਜੀ, ਆਵਤ ਜਾਤ, ਜੰਮਣਾ ਮਰਨਾ, ਕੀ ਇਹਨਾਂ ਦੀ ਹਾਲਤ ਹੋਈ। ਉਹ ਗੁਬਾਰ ਅੰਧਾ ਧੁੰਦ ਦੇ ਵਿੱਚ ਜਾ ਕੇ ਫਸ ਗਏ,
ਅਥਵਾ ਇਸੇ ਤਰ੍ਹਾਂ 4 ਯੁੱਗਾਂ ਦੀ ਅਲੱਗ-ਅਲੱਗ ਮਰਜ਼ਾਦਾ 4 ਵੇਦਾਂ ਦੇ ਵਿੱਚ ਦਰਸਾਈ ਹੈ। ਜੀਵ ਜਿਹੜੇ ਹਨ ਜੰਮਦੇ ਮਰਦੇ ਰਹਿੰਦੇ, ਕਦੀ ਪਰਲੋ ਆ ਜਾਂਦੀ ਹੈ, ਕਦੀ ਮਹਾਪਰਲੋ ਆ ਜਾਂਦੀ ਹੈ, ਪਰ ਉਸ ਪਰਮੇਸ਼ਵਰ ਦਾ ਅੰਤ ਨਾ ਤਾਂ ਬ੍ਰਹਮਾ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਪਾਇਆ, ਨਾ ਕੋਈ ਕਦੀ ਪਾ ਸਕੇਗਾ। ਪ੍ਰੀਤਮ ਕਿਉਂ ਬਿਸਰ ਹੈ ਮੇਰੇ ਪ੍ਰਾਣ ਆਧਾਰ। ਜਿਹੜਾ ਸਾਰੇ ਜੀਵਾਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਹੈ, ਸਾਰਿਆਂ ਦਾ ਮਾਲਕ ਹੈ, ਉਹ ਸਾਨੂੰ ਭਾਈ ਕਿਵੇਂ ਭੁੱਲੇ। ਉਹਨੂੰ ਭੁਲਾਉਣਾ ਨਹੀਂ ਚਾਹੀਦਾ, ਸਦਾ ਉਹਨੂੰ ਯਾਦ ਰੱਖਣਾ ਚਾਹੀਦਾ। ਚੰਗੇ ਜਿਹੜੇ ਮਨੁੱਖ ਹੁੰਦੇ ਆ, ਕੋਈ ਉਹਨਾਂ ਉੱਪਰ ਪਰਉਪਕਾਰ ਕਰੇ, ਆਪਣੀ ਔਲਾਦ ਨੂੰ ਵੀ ਅੱਗੇ ਦੱਸ ਕੇ ਜਾਂਦੇ, ਭਾਈ ਫਲਾਣੇ ਨੇ ਇਸ ਸਮੇਂ 'ਤੇ ਸਾਡੇ 'ਤੇ ਪਰਉਪਕਾਰ ਕੀਤਾ ਸੀ, ਬਹੁਤ ਪਰਉਪਕਾਰੀ ਰੂਹ ਸੀਗੀ, ਤੁਸੀਂ ਉਹਦਾ ਅਹਿਸਾਨ ਯਾਦ ਰੱਖਣਾ। ਜਿਸ ਪਰਮੇਸ਼ਵਰ ਨੇ ਸਾਨੂੰ ਕਿੰਨੇ ਹੀ ਪਰਉਪਕਾਰ ਕੀਤੇ ਸਾਡੇ ਉੱਪਰ, ਖਾਣ ਵਾਸਤੇ ਕਿੰਨੇ ਹੀ ਪਦਾਰਥ, ਗਿਣਤੀ ਨਹੀਂ ਕੀਤੀ ਜਾ ਸਕਦੀ। ਦੇਖੋ ਬਨਸਪਤੀ ਦੇ ਵਿੱਚ ਕਿੰਨੇ ਰਸ ਹਨ, ਕੌੜਾ ਵੀ, ਨਿੰਮ, ਡੇਕ ਦੀਆਂ ਕਟੋਣੀਆਂ, ਜ਼ਹਿਰ ਵਰਗੇ ਕੁੜੱਤਣ ਵੀ, ਮਿਰਚਾਂ ਲਾਲ ਕਾਲੀਆਂ ਆਦਿਕ, ਅਤੇ ਮਿੱਠਾ ਰਸ, ਗੰਨਾ, ਅੰਗੂਰ, ਕਿੰਨੇ ਫਲ ਐਸੇ ਮਿੱਠੇ ਹਨ ਜਿਨ੍ਹਾਂ ਦੇ ਸਵਾਦ ਵੀ ਅਲੱਗ-ਅਲੱਗ, ਖੱਟੇ ਆਦਿਕ। ਕੌਣ ਇਹਨਾਂ ਵਿੱਚ ਰਸ? ਸਾਰੇ ਮਨੁੱਖ ਦੇ ਵਾਸਤੇ ਇਹ ਪਰਮੇਸ਼ਵਰ ਨੇ ਮਾਤਾ ਧਰਤੀ ਨੂੰ ਬਖਸ਼ਿਸ਼ ਕੀਤੇ ਹੋਏ ਹੈ। ਕੋਈ ਵਸਤੂਆਂ ਪਾਣੀ ਵਿੱਚੋਂ ਪੈਦਾ ਹੁੰਦੀਆਂ, ਕੋਈ ਕਿੱਥੋਂ ਪੈਦਾ ਹੁੰਦੀਆਂ ਗਈਆਂ, ਸਾਰੇ ਮਨੁੱਖ ਵਾਸਤੇ। ਕਿਹੜੀ ਚੀਜ਼ ਦਾ ਅਹਿਸਾਨ ਉਤਾਰੇਗਾ ਇਹ ਮਨੁੱਖ? ਤਨ ਢੱਕਣ ਵਾਸਤੇ ਕੈਸੇ ਕੈਸੇ ਬਸਤਰ ਪਰਮੇਸ਼ਵਰ ਨੇ ਬਣਾਏ ਹੋਏ ਹੈ, ਕਿਹੜੇ ਕਿਹੜੇ ਸਜਾਵਟਾਂ ਵਾਸਤੇ ਵਸਤੂਆਂ ਇਹਦੇ ਵਾਸਤੇ ਬਣਾਈਆਂ, ਕਈਆਂ ਹੀ ਨਹੀਂ ਜਾ ਸਕਦੀਆਂ। ਇਸ ਵਾਸਤੇ ਉਸ ਪਰਮੇਸ਼ਵਰ ਦਾ ਤਾਂ ਕਦੀ ਭੁਲਾਉਣਾ ਹੀ ਨਹੀਂ ਚਾਹੀਦਾ, ਜਿੱਡੇ ਉਹਦੇ ਗੁਣ ਹਨ, ਪਰਉਪਕਾਰ ਸਾਡੇ ਉੱਤੇ ਕੀਤੇ ਹੋਏ ਹੈ। ਇਸ ਵਾਸਤੇ ਭਾਈ ਜਿਹੜਾ ਅੱਜ ਵੀ ਸਾਡੇ ਪ੍ਰਾਣਾਂ ਦਾ ਆਸਰਾ ਹੈ, ਕਦੀ ਵੀ ਉਹਨੂੰ ਮਨ ਵਿੱਚੋਂ ਨਹੀਂ ਭੁਲਾਉਣਾ ਹੈ। ਜਾਂ ਕੇ ਭਗਤ ਕਰਹਿ ਜਾਨ ਪੂਰੇ। ਉਹ ਜਿਹੜੇ ਪੂਰੇ ਪੁਰਖ ਹਨ ਉਹ ਉਹਦੀ ਭਗਤੀ ਕਰਦੇ ਆ, ਅਧੂਰੇ ਜਿਹੜੇ ਆ ਉਹ ਤੇ ਭੁੱਲ ਜਾਂਦੇ ਆ, ਉਹ ਤੇ ਆਪਣੇ ਮਾਂ-ਬਾਪ ਨੂੰ ਹੀ ਭੁੱਲ ਜਾਂਦੇ ਆ। ਕਹਿੰਦੇ ਸਾਨੂੰ ਥੋੜ੍ਹਾ ਜਨਮ ਦਿੱਤਾ ਤੁਸੀਂ, ਜੋ ਦੁਨੀਆ ਦੀ ਮਰਜ਼ਾਦਾ ਸੀ ਉਹ ਕਰਦਿਆਂ ਹੋਇਆਂ ਸਾਨੂੰ ਜੰਮ ਧਰਿਆ, ਤੁਸੀਂ ਕਿਹੜਾ ਸਾਡੇ 'ਤੇ ਅਹਿਸਾਨ ਕੀਤਾ। ਬੱਚੇ ਨੂੰ ਪਾਲਦੀ ਮਾਂ ਦਾ ਦੇਣ ਤਾਂ ਇਹ ਬੱਚਾ ਕਦੀ ਦੇ ਹੀ ਨਹੀਂ ਸਕਦਾ। ਭਾਈ ਗੁਰਦਾਸ ਸਾਹਿਬ ਜੀ ਨੇ ਮਾਂ ਦਾ ਗੁਰਬਾਣੀ ਵਿੱਚ ਵੀ ਬਹੁਤ ਵੱਡਾ ਦਰਜਾ, ਇਹੋ ਜਿਹੀ ਗੱਲ ਨਹੀਂ ਵੀ ਗੁਰਬਾਣੀ ਦੇ ਵਿੱਚ ਤਾਂ ਗੁਰੂ ਮੰਨਿਆ ਹੀ ਮਾਂ ਨੂੰ ਹੈ, ਪਹਿਲਾਂ ਪਿਤਾ ਦੀ ਵਾਰੀ ਹਰ ਜਗ੍ਹਾ ਬਾਅਦ ਵਿੱਚ ਆਉਂਦੀ, ਪਹਿਲਾਂ ਮਾਂ ਦੀ ਵਾਰੀ ਹੈ। ਜੇ ਕਿਸੇ ਦੀ ਗੰਦੀ ਔਲਾਦ ਪੈਦਾ ਹੁੰਦੀ ਹੈ ਤੇ ਤਾਂ ਵੀ ਗੁਰਬਾਣੀ ਕਹਿੰਦੀ ਹੈ ਵੀ ਇਹ ਮਾਂ ਤੂੰ ਬਾਝ ਹੀ ਹੋ ਜਾਨੀ ਹੋ, ਇਹ ਜਿਹਾ ਕਿਉਂ ਕੁਕਰਮੀ ਪੁੱਤ ਜੰਮਿਆ। ਉੱਥੇ ਵੀ ਮਾਂ ਨੂੰ ਲਾਂਭਾ, ਤੇ ਜਿੱਥੇ ਕਿਤੇ ਭਲਾ ਪੁਰਸ਼ ਉੱਥੇ ਵੀ ਮਾਂ ਨੂੰ ਵਡਿਆਈ। ਗੁਰਦੇਵ ਮਾਤਾ, ਗੁਰਦੇਵ ਪਿਤਾ। ਇਸੀ ਪ੍ਰਕਾਰ ਮਾਂ ਦੀ ਤਾਂ ਦੇਣ ਕਦੀ ਦੇ ਨਹੀਂ ਸਕਦਾ ਜੀਵ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਗਾਂ ਲਾਲ ਖਾ ਲਵੇ ਜਾਂ ਹੀਰਾ ਖਾ ਲਵੇ ਤੇ ਉਹਦਾ ਢਿੱਡ ਤਾਂ ਨਹੀਂ ਪਾੜ ਕੇ ਕੱਢਿਆ ਜਾਂਦਾ ਵੀ ਇਹ ਹੀਰਾ ਖਾ ਗਈ, ਪਾੜੋ ਇਹਦਾ ਢਿੱਡ, ਕੱਢੋ ਇਹਦੇ ਵਿੱਚੋਂ ਗਾਂ ਦਿਓ। ਜੇ ਮਾਂ ਹੋਵੇ ਯਾਰ ਨਹੀਂ ਕਿਉਂ ਪੁੱਤ ਪਤਾਰੇ। ਇਹੀ ਜੀ ਅਵਗਿਆ ਵੀ ਮਾਂ ਦੇ ਪਾਸੋਂ ਹੋ ਜਾਵੇ ਤੇ ਮਾਂ ਦੇ ਏਡੇ ਵੱਡੇ ਪਰਉਪਕਾਰ ਹੈ, ਪੁੱਤ ਨੂੰ ਨੀਵੀਂ ਪਾ ਲੈਣੀ ਚਾਹੀਦੀ, ਹੱਥ ਜੋੜ ਕੇ ਮਾਂ ਦੇ ਅੱਗੇ ਅੱਖ ਨਹੀਂ ਕਦੀ ਚੁੱਕਣੀ ਚਾਹੀਦੀ। ਇੰਨਾ ਵੱਡੀਆਂ ਦਾਤਾਂ ਨੇ ਮਾਂ ਦੀਆਂ ਦਿੱਤੀਆਂ ਹੋਈਆਂ, ਤੇ ਜਿਸ ਪਰਮੇਸ਼ਵਰ ਨੇ ਦਾਤਾਂ ਦਿੱਤੀਆਂ ਭਾਈ ਉਹਦੇ ਸਾਹਮਣੇ ਕਿਉਂ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਮਨ ਜਨ ਸੇਵਾ ਹੈ ਗੁਰ ਵਿਚਾਰ। ਇਸੇ ਪ੍ਰਕਾਰ ਉਹ ਪਰਮੇਸ਼ਵਰ ਨੂੰ ਯਾਦ ਰੱਖਣਾ ਚਾਹੀਦਾ। ਉਹਨੂੰ ਮੁਨੀ ਵੀ ਸੇਵਦੇ ਹੈ ਤੇ ਮਨੁੱਖ ਵੀ ਸੇਵਦੇ ਹੈ, ਦੇਵਤੇ ਵੀ ਉਸ ਨੂੰ ਅਰਾਧ ਰਹੇ ਹਨ। ਦੋਹਰਾ ਸ਼੍ਰੀ ਨਾਰਾਇਣ ਨਾਮ ਤੇ ਉਪਜੋ ਕਮਲ ਅਨੂਪ। ਸੱਚੇ ਪਾਤਸ਼ਾਹ ਮਹਾਰਾਜ ਦੱਸ ਰਹੇ ਨੇ, ਕਹਿਣ ਲੱਗੇ ਸੰਤ ਜੀ ਪਰਮੇਸ਼ਵਰ ਦੀ ਨਾਭੀ ਦੇ ਵਿੱਚੋਂ ਕਵਲ ਫੁੱਲ ਪੈਦਾ ਹੋਇਆ। ਤਿਸ ਮਾਹੇ ਬ੍ਰਹਮਾ ਪਇਓ ਚਤੁਰ ਬਦਨ ਜਿਸ ਰੂਪ। ਤੇ ਉਹ ਕਵਲ ਦੇ ਵਿੱਚੋਂ ਫਿਰ ਬ੍ਰਹਮਾ ਜੀ ਪੈਦਾ ਹੋਏ, ਸੋਹਣੇ ਸੁੰਦਰ ਸਰੂਪ ਵਾਲੇ, 4 ਮੁੱਖਾਂ ਵਾਲੇ, 4 ਮੂੰਹਾਂ ਵਾਲੇ। ਚਾ ਪਏ ਸੋ ਖੋਜਨ ਲਾਗਿਓ ਕਰਤਾਰਾ। ਤੇ ਉਹ ਬ੍ਰਹਮਾ ਜੀ ਜਿਹੜੇ ਸਨ ਪੈਦਾ ਹੋ ਕੇ ਪਰਮੇਸ਼ਵਰ ਨੂੰ ਲੱਭਣ ਲੱਗੇ।
न जानियो तेह पारावारा। ਉਹਦਾ ਅੰਤ ਨਹੀਂ ਪਾ ਸਕੇ ਬ੍ਰਹਮਾ ਜੀ ਪਰਮੇਸ਼ਵਰ ਦਾ, ਨਿਰੰਕਾਰ ਦਾ। खोजत खोजत रह गयो हारो। ਹਾਰ ਗਏ ਲੱਭਦੇ ਲੱਭਦੇ, ਪਰਮੇਸ਼ਵਰ ਨਹੀਂ ਲੱਭਿਆ ਬ੍ਰਹਮਾ ਜੀ ਨੂੰ। नर बपरे के कौन विचारो। ਉਹ ਬ੍ਰਹਮਾ ਜੀ ਜਿਨ੍ਹਾਂ ਨੂੰ ਸਿੱਧਾ ਹੀ ਅਕਾਲ ਪੁਰਖ ਨੇ ਆਪਣੀ ਨਾਭੀ ਵਿੱਚੋਂ ਕਵਲ ਫੁੱਲ ਪੈਦਾ ਕਰਕੇ ਤੇ ਕਵਲ ਵਿੱਚੋਂ ਪੈਦਾ ਕੀਤਾ ਸੀ, ਸਿੱਧੀ ਅਣਸੀ ਸਮਝੋ ਪਰਮੇਸ਼ਵਰ ਦੀ, ਬ੍ਰਹਮਾ ਜੀ ਉਹ ਨਹੀਂ ਲੱਭ ਸਕੇ ਪਰਮੇਸ਼ਵਰ ਨੂੰ, ਨਿਰੰਕਾਰ ਨੂੰ, ਤੇ ਮਨੁੱਖ ਵਿਚਾਰਾ ਕਿੱਥੋਂ ਲੱਭੇਗਾ। कह संत सब हम है सुनावह। ਸਾਧੂ ਜਨ ਕਹਿਣ ਲੱਗੇ, ਜਦ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਨਾ, ਨਾਭ ਕਮਲ ਤੇ ਬ੍ਰਹਮਾ ਉੱਚ ਵੇਦ ਪੜ੍ਹੇ ਮੁਕੰਡ ਸਵਾਰ, ਤੇ ਅੰਤ ਨਹੀਂ ਉਹਨੇ ਵੀ ਪਾਇਆ। ਕਹਿੰਦੇ ਮਹਾਰਾਜ ਕਿਰਪਾ ਕਰੋ, ਇਹ ਸਾਰਾ ਪ੍ਰਸੰਗ ਕਹਾਣੀ ਜਿਹੜੀ ਹੈ ਬ੍ਰਹਮਾ ਜੀ ਦੀ ਸਾਨੂੰ ਸੁਣਾਓ। ज्यों खोजे है आद बतावह। ਜਿਵੇਂ ਲੱਭਣ ਲੱਗਾ ਬ੍ਰਹਮਾ ਜੀ ਉਹਦਾ ਮੁੱਢ ਮੂਲ ਆਦਿਕ, ਇਹ ਸਾਰਾ ਸਾਨੂੰ ਦੱਸੋ ਜੀ। कोय ना तुम ते दुर्यो वृतांता। ਇਹ ਸੱਚੇ ਪਾਤਸ਼ਾਹ ਮਹਾਰਾਜ ਕੋਈ ਵੀ ਇਹੋ ਜਿਹੀ ਵਾਰਤਾ ਨਹੀਂ ਹੈ ਜੋ ਤੁਹਾਥੋਂ ਛਿਪੀ ਹੋਵੇ, ਲੁਕੀ ਹੋਵੇ। कर पर भद्र हृदय आस ज्ञाता। ਇਹ ਮਹਾਰਾਜ ਤੁਹਾਡੇ ਹਿਰਦੇ ਵਿੱਚ ਇਹ ਜਿਹਾ ਪ੍ਰਕਾਸ਼ ਹੈ, ਚਾਨਣ ਹੈ। ਜਿਵੇਂ ਸਾਹਮਣੇ ਹੱਥ 'ਤੇ ਬੇਰ ਪਿਆ ਹੋਵੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਆਹ ਬੇਰ ਹੈ, ਸਭ ਦੁਨੀਆ ਨੂੰ ਦਿਸਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਤੁਹਾਡੇ ਹਿਰਦੇ ਵਿੱਚ ਵੀ ਸਾਰਾ ਹਥੇਲੀ ਤੇ ਔਲੇ ਜਾਂ ਬੇਰ ਦੇ ਪਏ ਵਾਂਗੂ ਜਿਵੇਂ ਸਾਹਮਣੇ ਦਿਸਦਾ, ਐਵੇਂ ਹਿਰਦੇ ਵਿੱਚ ਤੁਹਾਨੂੰ ਸਾਰਾ ਕੁਝ ਚਾਨਣ ਹੈ। श्री गुरपन सुनहो हित संगा। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਚੰਗਾ ਭਾਈ ਸੰਤ ਜਨੋ ਸੁਣੋ ਪਿਆਰ ਦੇ ਨਾਲ। श्रेष्ठ सिरजन ते प्रथम प्रसंगा। ਇਹ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਦਾ ਜੋ ਪ੍ਰਸੰਗ ਹੈ, ਜਦ ਬ੍ਰਹਮਾ ਜੀ ਪੈਦਾ ਹੋਏ, ਇਹ ਤੁਹਾਨੂੰ ਅਸੀਂ ਸੁਣਾਉਂਦੇ ਹਾਂ। ब्रह्मा पयो कमल ते जब हे। ਜਦੋਂ ਕਵਲ ਫੁੱਲ ਦੇ ਵਿੱਚੋਂ ਬ੍ਰਹਮਾ ਜੀ ਦੀ ਪੈਦਾਇਸ਼ ਹੋਈ, उस्तत ठाने प्रभ के तब हे। ਉਸ ਵੇਲੇ ਬ੍ਰਹਮਾ ਜੀ ਨੇ ਪੈਦਾ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਸੋਭਾ ਵਡਿਆਈ ਗਾਉਣੀ ਸ਼ੁਰੂ ਕੀਤੀ। दोहरा तत् ज्ञान के जानवे जगे प्रीत मन माहे। ਕਿਉਂਕਿ ਤਤ ਗਿਆਨ ਨੂੰ ਜਾਣਨ ਵਾਸਤੇ ਚੇਟਕ ਲੱਗਦਾ ਹੈ, ਤੇ ਪਿਆਰ ਪੈਦਾ ਹੋ ਗਿਆ ਬ੍ਰਹਮਾ ਜੀ ਨੂੰ ਵੀ ਮੈਂ ਇਹ ਤਤ ਸਿਧਾਂਤ ਦਾ ਗਿਆਨ ਜਾਣਾ ਪਰਮੇਸ਼ਵਰ ਦੇ ਵਾਸਤੇ। ਇਸ ਗੱਲ ਦੀ ਪ੍ਰੀਤੀ ਲੱਗ ਗਈ ਮਨ ਦੇ ਵਿੱਚ। कैसो करता पुरख है देखन उमगे चाहे। ਮਨ ਵਿੱਚ ਇੱਕ ਚਾਅ ਪੈਦਾ ਹੋਇਆ ਬ੍ਰਹਮਾ ਜੀ ਦੇ, ਭਈ ਉਹ ਕਰਤਾ ਪੁਰਖ ਕਿਹੋ ਜਿਹਾ, ਮੈਂ ਉਹਦੇ ਦਰਸ਼ਨ ਕਰਾਂ, ਵੇਖਾਂ। ਚਾਪਏ ਰਿਚਾ ਪ੍ਰਸ਼ੰਸਾ ਕੇ ਬਹੁ ਕਰਹਿ। ਇਸ ਤਰ੍ਹਾਂ ਫਿਰ ਬ੍ਰਹਮਾ ਜੀ ਨੇ ਪਰਮੇਸ਼ਵਰ ਦੇ ਪਿਆਰ ਦੇ ਵਿੱਚ, ਨਿਰੰਕਾਰ ਦੀ ਉਸਤਤੀ ਦੇ ਵਿੱਚ ਵੇਦਾਂ ਦੇ ਕਈ ਸ਼ਲੋਕ ਉਚਾਰਨ ਕੀਤੇ। ਲਾਏ ਪ੍ਰੇਤ ਮੁਖ ਬਚਨ ਉਚਰਹਿ। ਤੇ ਬੜੇ ਪਿਆਰ ਦੇ ਨਾਲ ਇਹ ਬ੍ਰਹਮਾ ਜੀ ਆਪਣੀ ਰਸਨਾ ਤੋਂ ਇਹ ਸ਼ਲੋਕ ਉਚਾਰਨ ਕਰਦੇ ਹਨ। ਮధుਰ ਮధుਰ ਸੁਰ ਸਿਉ ਤਬ ਗਾਵਹਿ। ਆਵਾਜ਼ ਬੜੀ ਸੋਹਣੀ ਮਿੱਠੀ ਹੈ ਤੇ ਪਿਆਰ ਦੇ ਵਿੱਚ ਉਹਨਾਂ ਸ਼ਲੋਕਾਂ ਨੂੰ ਗਾਉਂਦੇ ਹਨ ਬ੍ਰਹਮਾ ਜੀ। ਅਧਿਕ ਰੇਝ ਕੈ ਹਰਖ ਬਢਾਵਹਿ। ਬਹੁਤ ਮਨ ਵਿੱਚ ਚਾਅ ਹੈ, ਖੁਸ਼ੀ ਦੇ ਨਾਲ ਪਰਮੇਸ਼ਵਰ ਦੀ ਸੋਭਾ ਵਡਿਆਈ ਕਰ ਰਹੇ ਨੇ ਬ੍ਰਹਮਾ ਜੀ। ਬਧ ਪ੍ਰੇਤ ਪੁਨ ਅਵਰ ਕਰੇ। ਇਸ ਤਰ੍ਹਾਂ ਜਿਵੇਂ ਜਿਵੇਂ ਪ੍ਰੀਤ ਵੱਧਦੀ ਹੈ, ਪਿਆਰ ਵੱਧਦਾ ਹੈ, ਤਿਵੇਂ ਤਿਵੇਂ ਹੋਰ ਚੇਟਕ ਲੱਗੀ ਜਾਂਦੀ ਹੈ, ਖਿੱਚ ਪੈਂਦੀ ਹੈ। ਅਰਥ ਵਿਚਾਰ ਬੜੋ ਸੁਖ ਲੈ। ਤੇ ਨਾਲ ਉਸਤਤੀ ਕਰਦੇ ਆ, ਸ਼ਲੋਕਾਂ ਨੂੰ ਉਚਾਰਨ ਕਰਦੇ ਆ, ਤੇ ਉਹ ਉਚਾਰਨ ਕਰਾਉਣ ਵਾਲਾ ਵੀ ਕਰਤਾ ਆਪ ਹੀ ਹੈ। ਸਾਧ ਸੰਗਤ ਜੀ, ਕੋ ਗਾਵੇ ਤੇ ਕੋ ਸੁਣੇ, ਕੌਣ ਗਾਉਣ ਵਾਲਾ ਤੇ ਕੌਣ ਸੁਣਨ ਵਾਲਾ, ਆਪੇ ਹੀ ਦਾਤਾ, ਭੁਗਤਾ ਵੀ ਮੁਗਤਾ ਵੀ ਸਭ ਆਪ ਹੀ ਹੈ। ਇਸ ਵਾਸਤੇ ਜਿਵੇਂ ਜਿਵੇਂ ਉਚਾਰਨ ਕਰਵਾਉਂਦੇ ਆ ਪਰਮੇਸ਼ਰ ਬ੍ਰਹਮਾ ਜੀ ਦੇ ਪਾਸੋਂ, ਬ੍ਰਹਮਾ ਜੀ ਉਚਾਰਦੇ ਆ, ਫਿਰ ਉਹਦੇ ਅਰਥਾਂ ਨੂੰ ਵਿਚਾਰ ਕਰਦੇ ਆ, ਤੇ ਅਰਥਾਂ ਨੂੰ ਜਾਣ ਕੇ ਵੀ ਬੜਾ ਆਨੰਦ ਆਉਂਦਾ ਹੈ ਬ੍ਰਹਮਾ ਜੀ ਨੂੰ। ਪਰਮੇਸ਼ਵਰ ਦੀ ਉਸਤਤੀ ਵਿੱਚ ਜੋ ਗਾਇਨ ਕੀਤੀ ਜਾਂਦੀ ਹੈ, ਕਾਵ ਰਚਨਾ ਵੇਦਾਂ ਦੁਆਰਾ, ਸ਼ਲੋਕਾਂ ਦੁਆਰਾ। ਪ੍ਰੇਮ ਮਗਨ ਮੁਖ ਗਦ ਗਦ ਬਾਨੇ। ਇਸ ਤਰ੍ਹਾਂ ਪ੍ਰੇਮ ਦੇ ਵਿੱਚ ਕੋਈ ਵੀ ਕਾਰਜ ਕੀਤਾ ਹੋਵੇ ਸਾਧ ਸੰਗਤ ਜੀ, ਉਹ ਸਫਲਾ ਹੁੰਦਾ ਹੈ। ਪ੍ਰੇਮ ਦੇ ਵਿੱਚ ਗੀਤ ਗਾ ਰਹੇ ਨੇ ਪਰਮੇਸ਼ਵਰ ਦੀ ਉਸਤਤੀ ਦੇ,
ਤੇ ਕਈ ਵਾਰ ਤਾਂ ਇੰਨੀ ਪ੍ਰੀਤ ਉਤਪੰਨ ਹੁੰਦੀ ਹੈ, ਉਹ ਮਨ ਜਿਹੜਾ ਹੈ ਨਾ ਉਹ ਪ੍ਰਸੰਨਤਾ ਦੇ ਵਿੱਚ ਆ ਗਏ ਤੇ ਬਾਣੀ ਬੋਲ ਜਿਹੜੇ ਗਦਗਦ, ਜਿਵੇਂ ਕਈ ਵਾਰੀ ਉਹ ਬੋਲਿਆ ਹੀ ਨਾ ਜਾਣਾ, ਗਲ ਭਾਰ ਆਉਣਾ, ਇਹ ਜੀ ਅਵਸਥਾ ਹੋ ਜਾਂਦੀ ਬ੍ਰਹਮਾ ਜੀ ਦੀ। ਗਾਵਹਿ ਰਿਝਹਿ ਆਨੰਦ ਮਾਨੇ। ਇਸ ਤਰ੍ਹਾਂ ਆਨੰਦ ਮਾਣਦੇ ਨੇ ਬ੍ਰਹਮਾ ਜੀ ਉਸ ਪਰਮੇਸ਼ਵਰ ਦੀ ਉਸਤਤੀ ਨੂੰ ਕਰਕੇ। ਚਤੁਰ ਵੇਦ ਤਬ ਕਰੇ ਵਿਧਾਤਾ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਕਿ 4 ਵੇਦ ਜਿਹੜੇ ਹੈ ਉਹ ਬ੍ਰਹਮਾ ਜੀ ਨੇ ਤਿਆਰ ਕਰ ਦਿੱਤੇ। ਜੋ ਜਗ ਬਿਖੈ ਅਹ ਬਖਿਆਤਾ। ਸਾਰੀ ਦੁਨੀਆ ਦੇ ਵਿੱਚ ਇਹ 4 ਵੇਦ ਜਿਹੜੇ ਨੇਗੇ ਇਹ ਮੰਨੇ ਜਾਂਦੇ ਆ। ਤਿਨਹਿ ਬਿਲੋਕਤ ਰਿਖੇ ਪ੍ਰਭੇ ਨੇ। ਇਹ ਜਿਹੜੇ ਰਿਖੀ ਮੁਨੀ ਮਹਾਤਮਾ ਦਰਸ਼ਨ ਕਰਦੇ ਆ, ਵੇਦਾਂ ਨੂੰ ਪੜ੍ਹਦੇ ਆ, ਸੁਣਦੇ ਆ। ਸਿਮਰਤ ਸ਼ਾਸਤਰ ਬਹੁ ਰਾਚ ਦੇਨੇ। ਫਿਰ ਅੱਗੇ ਦੇਖ ਦੇਖ ਕੇ ਵੇਦਾਂ ਨੂੰ ਪੜ੍ਹ ਕੇ ਸੁਣ ਕੇ ਰਿਖੀਆਂ ਨੇ ਸ਼ਾਸਤਰ ਤੇ ਇਸੇ ਪ੍ਰਕਾਰ 27 ਸਿਮਰਤੀਆਂ, 9 ਵਿਆਕਰਣ ਆਦਿਕ ਉਹ ਰਚ ਦਿੱਤੀਆਂ। ਦੋਹਰਾ ਚਤੁਰ ਵੇਦ ਅਸਕਾਰ ਬਹੁਰ ਉਰ ਮਹਿ ਕੇਨ ਵਿਚਾਰ। ਇਸ ਤਰ੍ਹਾਂ ਸਾਧ ਸੰਗਤ ਜੀ 4 ਵੇਦਾਂ ਦੀ ਰਚਨਾ ਕੀਤੀ ਬ੍ਰਹਮਾ ਜੀ ਨੇ। ਇਹ ਜਿਹੜੇ ਵੇਦ ਸੀ ਨਾ ਪਹਿਲਾਂ ਮੰਦਰਾਂ ਵਿੱਚ ਪ੍ਰਕਾਸ਼ ਹੋਇਆ ਕਰਦੇ ਸੀ, ਪੁਰਾਣੇ ਲੋਕ ਦੱਸਦੇ। ਫਿਰ ਇਹਨਾਂ ਵੇਦਾਂ ਨੂੰ ਉਠਾ ਦਿੱਤਾ ਮੂਰਤੀਆਂ ਦੇ ਪਾਸ ਪ੍ਰਕਾਸ਼ ਹੋਣ ਤੋਂ, ਜਿਸ ਕਾਰਨ ਕਰਕੇ ਅੱਜ ਦੀ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਉਹ ਹੀ ਨਹੀਂ ਪਤਾ ਵੀ ਵੇਦ ਹੈ ਕੀ, ਕਿਹੇ ਜਿਹੇ ਹੁੰਦੇ ਆ, ਉਹਨਾਂ ਦਾ ਬਾਣੀ ਕਿਹੇ ਜਿਹੀ ਹੈ। ਕਿਤੇ ਕੋਈ ਕਾਂਸ਼ੀ ਵਰਗੇ ਮਹਾਨ ਅਸਥਾਨ 'ਤੇ ਕੋਈ ਭਾਵੇਂ ਵਿਦਵਾਨ ਕਿਸੇ ਨੂੰ ਕੋਈ ਪੜ੍ਹਾਉਂਦਾ ਹੋਵੇ ਜਾਂ ਕੋਈ ਹੋਰ ਬਹੁਤ ਘੱਟ ਜਗ੍ਹਾ ਇਹੋ ਜਿਹੀਆਂ ਹੋਣਗੀਆਂ, ਵੇਦ ਅਲੋਪ ਹੀ ਹੋ ਗਏ। ਇਹੀ ਨੀਤੀ ਸਾਡੇ ਕਲਗੀਧਰ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਵਿਰੋਧੀਆਂ ਦੀ ਹੈ। ਪ੍ਰਕਾਸ਼ ਕਰਨ 'ਤੇ ਪਾਬੰਦੀ ਲਵਾ ਦੇਵਾਂਗੇ ਰੌਲਾ ਪਾ ਕੇ, ਤੇ ਉਹ ਅਲਮਾਰੀਆਂ ਦੇ ਵਿੱਚ ਪਏ ਦਸਮ ਮਹਾਰਾਜ ਦੇ ਸਰੂਪ ਸੜ ਜਾਣਗੇ। ਨਵਾਂ ਕਿਸੇ ਨੇ ਪ੍ਰਕਾਸ਼ ਨਹੀਂ ਕਰਨਾ, ਤਿਆਰ ਨਹੀਂ ਕਰਨਾ, ਤੇ ਦਸੋਂ ਦੀ ਬਾਣੀ ਅਲੋਪ ਹੋ ਜਾਵੇਗੀ। ਜਿਹੜੀ ਬਾਣੀ ਦੁਆਰਾ ਸਿੱਖ ਸੰਪੂਰਨ ਹੁੰਦਾ ਹੈ ਉਹ ਬਾਣੀ ਖਤਮ ਹੋ ਜਾਵੇਗੀ ਤੇ ਸਿੱਖ ਵੀ ਨਾਲ ਹੀ ਖਤਮ ਹੋ ਜਾਣਗੇ। ਇਹ ਉਹਨਾਂ ਦਾ ਨੀਤੀ ਕੰਮ ਕਰਦੀ ਹੈ। ਜਿਸ ਤਰ੍ਹਾਂ ਵੇਦਾਂ ਨੂੰ ਖਤਮ ਕੀਤਾ ਗਿਆ ਸੀ, ਉਵੇਂ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਖਤਮ ਕਰਨ ਦੀਆਂ ਚਾਲਾਂ ਇਹਨਾਂ ਲੋਕਾਂ ਦੀਆਂ ਚਲੀਆਂ ਜਾ ਰਹੀਆਂ ਹਨ। ਰਹੋ ਵਿਚਾਰ, ਸਾਡੇ ਗੁਰੂ ਸਮਰੱਥ ਹਨ ਜਿਨ੍ਹਾਂ ਨੇ ਆਪਣਾ ਪਰਿਵਾਰ ਤੇ ਸਾਰਾ ਵਾਰ ਲਿਆ ਤੇ ਖਾਲਸੇ ਨੂੰ ਅਮਰ ਕਰ ਦਿੱਤਾ ਸਦੀਵ ਕਾਲ। ਕਿਉਂਕਿ ਸਾਧ ਸੰਗਤ ਜੀ ਕਿੱਥੇ ਵੀ ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਮੈਂ ਖਾਲਸੇ ਨੂੰ ਜਨਮ ਦੇ ਰਿਹਾ, ਕਿਉਂਕਿ ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੈ। ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ। ਜੰਮਣਾ ਹੈ ਉਹਨੇ ਮਰਨਾ ਹੈ। ਪਰ ਮੇਰੇ ਬਾਜਾਂ ਵਾਲੇ ਪ੍ਰੀਤਮ ਪਿਆਰੇ ਨੇ ਕਿਤੇ ਨਹੀਂ ਕਿਹਾ ਮੈਂ ਆਪਣੇ ਖਾਲਸੇ ਨੂੰ ਜਨਮ ਦੇ ਰਿਹਾ। ਉਹਨਾਂ ਕਿਹਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਕੀ। ਕੋਈ ਆਮ ਤਗੜੇ ਰਾਜੇ ਦਾ ਸਿਪਾਹੀ ਹੋਵੇ ਨਾ, ਉਹੀ ਨਹੀਂ ਮਾਨ ਹੁੰਦਾ, ਹਿੱਕ ਚੌੜੀ ਕਰ ਕਰਕੇ ਤੁਰਦਾ ਵੀ ਮੈਂ ਫਲਾਣੇ ਰਾਜੇ ਦਾ ਸਿਪਾਹੀ ਹਾਂ, ਜਿਹੜਾ ਦੁਨੀਆ 'ਤੇ ਨਾਮਵਰ ਬਾਦਸ਼ਾਹ ਮੰਨਿਆ ਜਾਂਦਾ। ਤੇ ਸਾਡਾ ਸੁਆਮੀ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਿੱਧਾ ਹੀ ਗੰਢ ਅਕਾਲ ਪੁਰਖ ਦੇ ਨਾਲ ਖਾਲਸੇ ਦਾ ਪਾ ਦਿੱਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਸੋ ਇਸ ਵਾਸਤੇ ਗੁਰੂ ਅਮਰ ਹੈ, ਗੁਰੂ ਕਾ ਖਾਲਸਾ ਅਮਰ ਹੈ। ਗੁਰੂ ਕੀ ਬਾਣੀ ਬਚਨ ਗੁਰੂ ਕੇ ਅਮਰ ਹਨ। ਇਹਨਾਂ ਨੂੰ ਕੋਈ ਨਹੀਂ ਮਾਰ ਸਕਦਾ, ਜਿੰਨੀਆਂ ਮਰਜ਼ੀ ਕੋਈ ਚਾਲਾਂ ਵਰਤ ਲਵੇ। ਆ ਪਿਛਲੇ ਸਮੇਂ ਦੇ ਵਿੱਚ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਬਾਬਾ ਕੁਲਵੰਤ ਸਿੰਘ ਸਾਹਿਬ ਨਾਲ ਸਾਥੀ ਸਿੰਘ ਸਾਹਿਬਾਨਾਂ ਨੂੰ ਕਲਗੀਧਰ ਨੇ ਉਦਮ ਉਪਰਾਲਾ ਦਿੱਤਾ। 500 ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦਾ ਸਰੂਪ ਤਿਆਰ ਕਰਵਾਇਆ। ਬੜੀਆਂ ਮੁਸ਼ਕਲਾਂ, ਰੁਕਾਵਟਾਂ, ਪੰਥਕ ਦੋਖੀਆਂ ਨੇ ਮਹਾਰਾਜ ਦੀ ਬਾਣੀ ਦੇ ਨਿੰਦਕਾਂ ਨੂੰ ਬੜਾ ਤਾਪ ਚੜਿਆ, ਬੜੇ ਤੜਫੇ। ਉਹ ਜਿਵੇਂ ਚੜ੍ਹਦਾ ਹੈ ਨਾ ਤਾਪ ਤਈਏ ਦਾ, ਬੁੜਕ ਕੇ ਪੈਂਦਾ ਹੈ, ਉਸ ਵੇਲੇ ਤਈਏ ਦੇ ਤਾਪ ਵਾਲਾ ਠੰਡ ਲੱਗਦੀ ਹੈ। ਇਸ ਤਰ੍ਹਾਂ ਬੁੜਕ ਡਿੱਗੇ ਤਈਏ ਦਾ ਤਾਪ ਚੜ੍ਹਿਆ ਉਹਨਾਂ ਲੋਕਾਂ ਨੂੰ ਜੋ ਮਹਾਰਾਜ ਦੀ ਬਾਣੀ ਦੀ ਨਿਖੇਧੀ ਕਰਨ ਵਾਲੇ ਹਨ। ਉਹ ਏਜੰਸੀਆਂ ਦੇ ਖਰੀਦੇ ਹੋਏ ਭਈ ਖਾਲਸਾ ਪੰਥ ਰਾਜ ਕਰੇਗਾ, ਖਾਲਸਾ ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ। ਇਹ ਬਚਨ ਇਹਨਾਂ ਦੇ ਪੂਰੇ ਹੋਣੇ ਵੀ ਖਾਲਸੇ ਦਾ ਰਾਜ ਤਾਂ ਹੋਣਾ ਹੀ ਹੋਣਾ ਹੈ। ਜਿਹੜਾ ਬਚਨ ਗੁਰੂ ਕਾ ਸਿੰਘ ਗੁਰੂ ਕੀ ਤਾਬਿਆ ਕਰਦਾ ਪੂਰਾ ਨਾ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੋਂ ਬਿਨਾਂ ਹੀ ਬਾਬੇ ਦੀਪ ਸਿੰਘ ਨੇ ਕਿਹਾ ਸਿਰ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਚਰਨਾਂ ਵਿੱਚ ਜਾਊ, ਤੇ ਗਿਆ ਸੰਗਤ ਜੀ। ਕੋਈ ਓਲੇ ਵਾਲੀ ਗੱਲ ਨਹੀਂ, ਸਭ ਦੁਨੀਆ ਜਾਣਦੀ ਹੈ। ਔਰ
ਇਸੇ ਪ੍ਰਕਾਰ ਬਾਬੇ ਤਾਰੂ ਸਿੰਘ ਜੀ ਪੂਲਿਆਂ ਵਾਲੇ ਨੇ ਕਿਹਾ, ਖਾਨਾ ਜੁੱਤੀ ਦੇ ਅੱਗੇ ਲਾ ਕੇ ਖੜੂੰਗਾ ਤੈਨੂੰ। 21 ਦਿਨ ਖੋਪਰ ਲੱਥੇ ਤੋਂ ਬੈਠੇ ਰਹੇ। 22ਵੇਂ ਦਿਨ ਪਤਾ ਲੱਗਿਆ ਵੀ ਖਾਨ ਤੁਰ ਗਿਆ, ਤੇ ਜਲ ਪਹਿਲਾਂ ਹੀ ਹਰਿਮੰਦਰ ਸਾਹਿਬ ਸਰੋਵਰ ਦਾ ਮੰਗਾ ਕੇ ਗਾਗਰ ਰੱਖੀ ਸੀ, ਇਸ਼ਨਾਨ ਕੀਤਾ, ਹੱਥੀਂ ਚਿਖਾ ਦੇ ਉੱਤੇ ਆਪ ਸਾਰੀ ਤਿਆਰੀ ਕਰਕੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਸਰੀਰ ਆਪਦਾ ਤਿਆਗ ਦਿੱਤਾ। ਗੁਰੂ ਕੇ ਸਿੰਘ ਜੋ ਬਚਨ ਕਰਦੇ ਆ ਉਹ ਅਧੂਰਾ ਨਹੀਂ ਕਰਦੇ, ਪੂਰਾ ਕਰਦੇ ਆ। ਹਰ ਸਿੱਖ ਗੁਰੂ ਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਹੋਵੇ ਤੇ ਭਾਵੇਂ ਬਿਨਾਂ ਤਾਬਿਆਂ ਤੋਂ ਰੋਜ਼ਾਨਾ ਹੀ ਇਹ ਬਚਨ ਕਰਦਾ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਤੇ ਜਿਹੜੇ ਗੁਰੂ ਕੇ ਦੋਖੀ ਹਨ, ਗੁਰੂ ਕੇ ਖਾਲਸੇ ਦੇ ਨਿੰਦਕ ਦੋਖੀ ਹਨ, ਉਹ ਨਹੀਂ ਚਾਹੁੰਦੇ ਖਾਲਸੇ ਦਾ ਰਾਜ ਛੇਤੀ ਹੋ ਜਾਵੇ। ਇਸ ਵਾਸਤੇ ਇਹੋ ਜਿਹੀਆਂ ਕੁਟਲ ਨੀਤੀਆਂ, ਕੋਝੀਆਂ ਹਰਕਤਾਂ, ਕੁਚਾਲਾਂ ਉਹ ਚਾਲਾਂ ਚੱਲਦੇ ਹਨ। ਪਰ ਸੰਗਤ ਜੀ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਿਤਾ ਨੇ ਇੱਕੋ ਹੀ ਸਬਕ ਸਿਖਾਇਆ ਸੀ, ਪੁੱਤਰ ਗੋਬਿੰਦ ਸਿੰਘ ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨ, ਨਾ ਕਿਸੇ ਨੇ ਡਰਾਉਣਾ ਨਾ ਕਿਸੇ ਤੋਂ ਡਰਨਾ। ਖਾਲਸੇ ਦਾ ਕਰਮ ਨਹੀਂ ਹੈ। ਇਹ ਬਾਣੀ 10ਵੇਂ ਪਾਤਸ਼ਾਹ ਤੇ ਜਿੰਨੀ ਮਰਜ਼ੀ ਇਹਦੇ ਉੱਤੇ ਵਾਰ ਕਰ ਲੈਣ, ਇਹ ਗੁਰੂ ਕੀ ਬਾਣੀ ਢਾਲ ਵੀ ਹੈ ਤੇ ਗੁਰੂ ਕੀ ਬਾਣੀ ਸ਼ਸਤਰ ਵੀ ਹੈ। ਜਿਵੇਂ ਪੰਚਮ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਸਾਰੀ, ਤਿਸ ਆਗੇ ਕੋ ਨਾ ਟਿਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਸਾਡੇ ਸਮਰੱਥ ਗੁਰੂ ਹਨ, ਬਾਣੀ ਸਾਰੇ ਸ਼ਸਤਰ ਹੈ, ਬਾਣੀ ਢਾਲ ਵੀ ਹੈ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕਿਉਂਕਿ ਹੁਣ ਸਮਾਂ ਹੋ ਗਿਆ, ਕਥਾ ਤਾਂ ਅੱਗੇ ਹੁਣ ਨਹੀਂ ਚੱਲੇਗੀ, ਤੇ ਇੱਥੇ ਹੀ ਖਿਮਾ ਮੰਗਦੇ ਹਾਂ। ਜਿਸ ਤਰ੍ਹਾਂ ਵੇਦ ਅਲੋਪ ਹੋਏ ਸੀਗੇ, ਇਸ ਤਰ੍ਹਾਂ ਮੂਰਖ ਲੋਕਾਂ ਦੇ ਮਨ ਦੀ ਮਨਸਾ ਹੈ ਕਿ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਵੀ ਅਲੋਪ ਹੋ ਜਾਵੇ, ਤਾਂ ਕਿ ਜਿਹੜੇ ਸਿੰਘ ਰੋਜ਼ਾਨਾ ਹੀ ਗੱਜ ਗੱਜ ਕੇ ਕਹਿੰਦੇ ਆ ਰਾਜ ਕਰੇਗਾ ਖਾਲਸਾ ਕੀ, ਇਹ ਕਿਤੇ ਕੰਮ ਪੂਰਾ ਨਾ ਹੋ ਜਾਵੇ। ਪਰ ਸੰਗਤ ਜੀ, ਜਿਹਦਾ ਨਾਮ ਹੁੰਦਾ ਹੈ ਉਹ ਪ੍ਰਗਟ ਵੀ ਹੁੰਦਾ ਹੈ। ਖਾਲਸੇ ਦਾ ਰਾਜ ਕੋਈ ਨਿੱਕਾ ਜਿਹਾ ਰਾਜ, ਚਿੜੀ ਦੇ ਪਹੁੰਚੇ ਵਾਲਾ ਰਾਜ, ਸਾਰੇ ਸੰਸਾਰ ਤੇ ਖਾਲਸੇ ਦਾ ਰਾਜ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੇ ਸਦਕਾ ਹੋਣਾ ਹੈ। ਖਾਲਸੇ ਦੇ ਬੋਲ ਬਾਲੇ ਅਰਦਾਸ ਦੇ ਵਿੱਚ ਐਵੇਂ ਨਹੀਂ ਰੋਜ਼ਕ ਸਿੰਘ ਗਜਾਉਂਦੇ ਅਰਦਾਸ ਕਰਨ ਵਾਲੇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਖਾਲਸੇ ਦੇ ਬੋਲ ਬਾਲੇ ਵੀ ਜੋ ਵੀ ਅਰਦਾਸ ਵਿੱਚ ਬੇਨਤੀਆਂ ਉਹ ਪੂਰੀਆਂ ਹੋਣੀਆਂ। ਪਰ ਇਹ ਨਿੰਦਕ ਲੋਕ ਗੁਰੂ ਕੀ ਬਾਣੀ ਦੇ ਉੱਤੇ ਤਰਕਾਂ ਵਿਤਰਕਾਂ ਕਰਦੇ ਆ। ਹਾਨੇ ਖਾਲਸੇ ਦੇ ਦੋਖੀ ਸਿੰਘਾਂ ਦੇ ਭੇਸ ਦੇ ਵਿੱਚ ਜੋ ਮਹਾਰਾਜ ਦੀ ਬਾਣੀ ਦੀ ਨਿੰਦਿਆ ਕਰਦੇ ਆ। ਗੁਰੂ ਕਿਰਪਾ ਕਰਨ, ਗੁਰਾਂ ਨੇ ਸਾਰਾ ਪਰਿਵਾਰ ਵਾਰ ਕੇ ਤੇ ਸਾਨੂੰ ਆਪਣੀ ਝੋਲੀ ਵਿੱਚ ਪਾ ਕੇ ਸਾਨੂੰ ਆਪਣੇ ਧੀਆਂ ਪੁੱਤ ਬਣਾਇਆ। ਔਰ ਗੁਰਬਾਣੀ ਜਿਹੜੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਆਤਮਿਕ ਸ਼ਕਤੀ ਸਾਨੂੰ ਦਿੱਤੀ ਹੈ। ਔਰ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ ਜਿਹੜੀ ਸਾਨੂੰ ਸਰੀਰਕ ਸ਼ਕਤੀ ਦਿੱਤੀ ਹੈ। ਜੇ ਸਰੀਰ ਦੇ ਵਿੱਚ ਆਤਮਾ ਨਾ ਹੋਵੇ ਤੇ ਸਰੀਰ ਕਿਹੜੇ ਕੰਮ ਦਾ, ਤੇ ਨਿਰੀ ਆਤਮਾ ਵੀ ਕਿਸੇ ਕੰਮ ਦੀ ਨਹੀਂ ਹੁੰਦੀ। 10ਵੇਂ ਪਾਤਸ਼ਾਹ ਦੀ ਬਾਣੀ ਸਾਡਾ ਸਰੀਰ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਸੇ ਦੀ ਸਿੱਖ ਦੀ ਆਤਮਾ ਹੈ। ਸੱਚੇ ਪਾਤਸ਼ਾਹ ਦਇਆ ਕਰਨ, ਇਹ ਦੋਵੇਂ ਸਰੂਪ ਵਜੂਦ ਇਸੇ ਤਰ੍ਹਾਂ ਸਾਰੇ ਸੰਸਾਰ ਦਾ ਮਾਰਗ ਦਰਸ਼ਨ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮੱਧ ਬਖਸ਼ਣੀ, ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮਾ।